ਦਵਿੰਦਰ ਸਿੰਘ ਬੈਨੀਪਾਲ ਵੱਲੋਂ ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਦਾ ਸਵਾਗਤ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਇੱਕ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਇਸ ਮੁਲਾਕਾਤ ਦੇ ਵਿੱਚ ਉਹ ਕੁਝ ਗੱਲਾਂ ਬਾਤਾਂ ਹੋਣਗੀਆਂ, ਇੱਕ ਖਾਸ ਮਾਹਿਰ ਦੇ ਨਾਲ ਗੱਲਬਾਤ ਹੋਏਗੀ। ਉਹ ਗੱਲਬਾਤ ਤੁਹਾਡੇ ਵਿੱਚੋਂ ਬਹੁਤ ਸਾਰੇ ਦਰਸ਼ਕ ਜਾਣਨਾ ਚਾਹੁੰਦੇ ਆ, ਕਿਉਂਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਆਮ ਤੌਰ ਤੇ ਇੱਕ ਮਹੱਤਵਪੂਰਨ ਮੁੱਦਾ ਹੈ। ਦੁਨੀਆ ਭਰ ਦੇ ਲੋਕ ਵੀ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਆ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਮੇਂ-ਸਮੇਂ ਤੇ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ। ਕਦੇ ਕੋਈ ਪ੍ਰੋਗਰਾਮ ਤੇ ਕਦੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਨੇ। ਸੋ ਅੱਜ ਅਸੀਂ ਇਹ ਪੁਖਤਾ ਜਾਣਕਾਰੀ ਤੁਹਾਡੇ ਰੂਬਰੂ ਕਰਨ ਦੇ ਵਾਸਤੇ ਚਾਰਟਰ ਇਮੀਗ੍ਰੇਸ਼ਨ ਤੋਂ ਰਵਨੀਤ ਸਿੰਘ ਬਾਵਾ ਹੋਰਾਂ ਨੂੰ ਸੱਦਾ ਦਿੱਤਾ ਸੀ। ਬਾਵਾ ਜੀ ਇਸ ਵਕਤ ਸਾਡੇ ਨਾਲ ਨੇ। ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਇਹਨਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਰਵਨੀਤ ਸਿੰਘ ਬਾਵਾ ਜੀ, ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਬੈਨੀਪਾਲ ਸਾਹਿਬ। ਸਾਂਝਾ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਹਾਂ ਕਿ ਕੋਵਿਡ ਦੇ ਇਸ ਦੌਰਾਨ ਪੈਂਡੈਮਿਕ ਦੌਰਾਨ ਤੁਸੀਂ ਸਾਰੇ ਜਿੱਥੇ ਵੀ ਹੋ ਬਿਲਕੁਲ ਸੁਰੱਖਿਅਤ ਹੋ ਤੇ ਠੀਕ ਠਾਕ ਹੋ। ਬਾਬਾ ਜੀ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਸਮੇਂ-ਸਮੇਂ ਤੇ ਸਰਕਾਰ ਵੱਲੋਂ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ। ਹਾਂਜੀ। ਫੈਮਿਲੀ ਰੀਯੂਨੀਫਿਕੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੈਨੇਡਾ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਅਸੀਂ ਪਰਿਵਾਰ ਇਕੱਠੇ ਰੱਖਣ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਏ ਹੋਏ ਨੇ, ਆਪਣੇ ਮਾਪਿਆਂ ਨੂੰ, ਦਾਦਾ ਦਾਦੀ ਨੂੰ, ਨਾਨਾ ਨਾਨੀ ਨੂੰ, ਭਾਵ ਗ੍ਰੈਂਡ ਪੇਰੈਂਟਸ ਨੂੰ ਜਾਂ ਪੇਰੈਂਟਸ ਨੂੰ ਸੱਦਣਾ ਚਾਹੁੰਦੇ ਆ। ਕੋਈ ਹਾਲ ਹੀ ਵਿੱਚ ਕਹਿੰਦੇ ਵੱਡੀ ਅਨਾਉਂਸਮੈਂਟ ਹੋਈ ਆ ਉਹਦੇ ਬਾਰੇ? ਜੀ ਬਿਲਕੁਲ ਬੈਨੀਪਾਲ ਸਾਹਿਬ, ਬਿਲਕੁਲ ਸਹੀ ਸੁਣਿਆ ਗਿਆ ਜੀ। ਇਹ ਅਨਾਉਂਸਮੈਂਟ ਕੱਲ ਹੀ ਹੋਈ ਹੈ ਜੀ। ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮੈਂਡੀਚੀਨੋ ਨੇ ਕੱਲ ਹੀ ਡਿਕਲੇਅਰ ਕੀਤਾ ਹੈ ਕਿ ਜਿਹੜਾ ਗ੍ਰੈਂਡ ਪੇਰੈਂਟ ਸਪਾਂਸਰਸ਼ਿਪ ਪ੍ਰੋਗਰਾਮ ਹੈ, ਮੇਰਾ ਮੰਨਣਾ ਹੈ ਕਿ ਇਹ ਇਸ ਸਾਲ ਦੀ ਸਭ ਤੋਂ ਜ਼ਿਆਦਾ ਅਵੇਟਡ ਨਿਊਜ਼ ਸੀਗੀ, ਜਿਹਦਾ ਸਾਰੇ ਬੇਸਬਰੀ ਨਾਲ ਵੇਟ ਕਰ ਰਹੇ ਸੀ। ਇਹ ਨਿਊਜ਼ ਮਾਰਚ ਵਿੱਚ ਐਕਸਪੈਕਟਡ ਸੀਗੀ, ਬਟ ਜਿੱਦਾਂ ਕਿ ਕੋਵਿਡ ਨਾਲ ਸਭ ਕੁਝ ਉੱਪਰ ਨੀਚੇ ਹੋ ਗਿਆ ਜੀ, ਤੇ ਉਸ ਕਾਰਨ ਇਹ ਬਾਰ-ਬਾਰ ਪੁੱਛਿਆ ਜਾਂਦਾ ਸੀ ਉਹਨਾਂ ਤੋਂ ਕਿ ਉਹ ਕਹਿੰਦੇ ਸੀਗੇ ਕਿ ਇਸ ਈਅਰ ਐਂਡ ਹੋਣ ਤੋਂ ਪਹਿਲਾਂ ਅਸੀਂ ਬਿਲਕੁਲ ਕੁਝ ਨਾ ਕੁਝ ਲੈ ਕੇ ਆਵਾਂਗੇ। ਤੇ ਕੱਲ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ 13 ਅਕਤੂਬਰ 2020 ਤੋਂ 3 ਨਵੰਬਰ 2020 ਤੱਕ 3 ਹਫ਼ਤਿਆਂ ਲਈ ਇਹ ਐਪਲੀਕੇਸ਼ਨਸ ਹੁਣ ਖੋਲੀਆਂ ਜਾ ਰਹੀਆਂ ਨੇ। ਅੱਛਾ, ਮੈਨੂੰ ਇਹ ਦੱਸਿਓ, ਪਿਛਲੀ ਵਾਰੀ ਜਦੋਂ ਪਿਛਲੇ ਸਾਲ ਖੁੱਲੀਆਂ ਸੀ, ਲਗਭਗ ਉਹੀ ਲੋਟਰੀ ਸਿਸਟਮ ਇਹ ਹੈ ਜਿਹਦਾ ਕਹਿੰਦੇ ਸੀ ਕਿ ਪਿਛਲੀ ਸਰਕਾਰ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਰਹਿ ਗਈਆਂ ਸੀ। ਇਸ ਵਾਰ ਆਪਾਂ ਉਹਨੂੰ ਥੋੜਾ ਬਹੁਤਾ ਚੁਸਤ ਦਰੁਸਤ ਕਰਾਂਗੇ, ਸਿਸਟਮ ਨੂੰ ਉਡੀਕ ਕਰ ਰਹੇ ਸੀ ਕੁਝ ਨਵਾਂ ਹੋਏਗਾ, ਪਰ ਫਿਰ ਕੋਵਿਡ ਆ ਗਿਆ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ। ਲੰਬੇ ਸਮੇਂ ਤੋਂ ਉਡੀਕੀ ਜਾਣ ਵਾਲੀ ਖਬਰ ਲਗਭਗ ਉਸੇ ਪੁਰਾਣੀ ਬੋਤਲ ਦੇ ਵਿੱਚ ਨਵੀਂ ਸ਼ਰਾਬ, ਮੈਨੂੰ ਲੱਗਦਾ ਗੱਲਬਾਤ ਉਹੀ ਹੈ। ਹੁਣ ਅੱਗੇ ਕੁਝ ਮਿੰਟਾਂ ਦੇ ਵਿੱਚ ਹੀ ਸਾਰੀਆਂ ਐਪਲੀਕੇਸ਼ਨਜ਼ ਭਰ ਦਿੱਤੀਆਂ ਗਈਆਂ ਸੀ। ਸਾਡੇ ਤੁਹਾਡੇ ਵਰਗੇ ਬਹੁਤ ਸਾਰੇ ਦਰਸ਼ਕ ਹੋਣਗੇ ਜਿਹੜੇ ਉਡੀਕਦੇ ਸੀ ਕਿ ਸਾਡਾ ਨੰਬਰ ਲੱਗ ਜੂ, ਫਸਟ ਕਮ ਫਸਟ ਸਰਵ ਵਾਲੀ ਗੱਲ ਸੀ। ਮੈਨੂੰ ਦੱਸਿਓ ਕਿ ਇਹਦੇ ਵਿੱਚ ਵੀ ਐਨ ਪੁਰਾਣਾ ਸਿਸਟਮ ਹੀ ਚੱਲੇਗਾ? ਤੁਸੀਂ ਦੱਸ ਰਹੇ ਹੋ ਕਿ 3 ਹਫ਼ਤਿਆਂ ਦੇ ਵਾਸਤੇ, ਪਰ 10,000 ਐਪਲੀਕੇਸ਼ਨ ਤਾਂ ਮੈਨੂੰ ਲੱਗਦਾ ਮਿੰਟਾਂ ਸੈਕਿੰਡਾਂ 'ਚ ਨਹੀਂ ਚਲੇ ਜਾਣਗੀਆਂ ਜੀ। ਬਿਲਕੁਲ ਸਹੀ ਸਵਾਲ ਹੈ ਬੈਨੀਪਾਲ ਸਾਹਿਬ, ਬਹੁਤ ਸਾਰੇ ਦਰਸ਼ਕ ਵੀ ਇਹੀ ਸੋਚਦੇ ਹੋਣਗੇ। ਹੁਣ ਇੱਥੇ ਹਲਕੀ ਜਿਹੀ ਗੱਲ ਕੀ ਹੈ, ਜਿਵੇਂ ਤੁਸੀਂ ਕਿਹਾ ਨਾ ਕਿ ਪੁਰਾਣੀ ਸ਼ਰਾਬ ਦੇ ਗੱਲ ਕੀਤੀ ਹੈ, ਬਿਲਕੁਲ ਉਹਦੇ ਨਾਲ ਮੈਚਿੰਗ ਹੀ ਤੁਹਾਨੂੰ ਦੱਸਣਾ ਚਾਹਾਂਗਾ। 2018 ਦੇ ਵਿੱਚ ਕਿਵੇਂ ਸੀਗਾ ਜੀ ਕਿ ਤੁਸੀਂ ਪੇਪਰ ਐਪਲੀਕੇਸ਼ਨ ਸਬਮਿਟ ਕਰਦੇ ਸੀਗੇ, ਉਸ ਤੋਂ ਬਾਅਦ 2019 ਆਇਆ ਜੀ। ਉਹਦੇ ਵਿੱਚ ਕੀ ਹੋਇਆ ਕਿ ਪਹਿਲੇ 5-7 ਮਿੰਟ ਦੇ ਵਿੱਚ ਸਾਰੀ ਐਪਲੀਕੇਸ਼ਨਸ ਕਵਰ ਹੋ ਗਈਆਂ। ਤਾਂ 18 ਦੇ ਵਿੱਚ ਲੋਟਰੀ ਸੀਗੀ ਜੀ, 19 ਦੇ ਵਿੱਚ ਸੀਗਾ ਫਰਸਟ ਕਮ ਫਰਸਟ ਸਰਵ। ਹੁਣ 2020 ਜਿਹੜੀ ਇਸ ਸਾਲ ਖੁੱਲਣੀ ਹੈ, ਇਹ ਅਗੇਨ ਲੋਟਰੀ ਹੈ ਜੀ, ਇਹ ਫਰਸਟ ਕਮ ਫਰਸਟ ਸਰਵ ਨਹੀਂ ਹੈਗੀਆਂ ਜੀ। ਅੱਛਾ, ਇਹ ਲੋਟਰੀ ਸਿਰਫ ਇੰਨਾ ਕੁ ਫਰਕ ਹੈ ਕਿ ਜਿਹੜੀ 2018 ਵਿੱਚ ਪੇਪਰ ਬੇਸ ਸੀਗੀ ਨਾ, ਇਸ ਬਾਰੇ ਆਨਲਾਈਨ ਹੈ। ਅੱਛਾ, ਇਹ ਨਹੀਂ ਕਿ ਤੁਸੀਂ ਸਾਰੇ ਡਾਕੂਮੈਂਟ ਪਹਿਲਾਂ ਰੈਡੀ ਕਰਕੇ ਸੈਂਡ ਕਰਨੇ ਆ, ਫਿਰ ਉਹਨਾਂ ਵਿੱਚੋਂ ਦੇਖ ਕੇ ਤੁਹਾਨੂੰ ਇਨਵੀਟੇਸ਼ਨ ਭੇਜਣਗੇ, ਨਹੀਂ ਜੀ, ਇਹ ਨਹੀਂ। ਇਹ 'ਚ ਕੀ ਹੈ ਕਿ ਤੁਸੀਂ ਆਨਲਾਈਨ ਪੋਰਟਲ, ਜਿਹੜਾ ਪੋਰਟਲ ਹੋਏਗਾ, ਉਹ ਐਪਲੀਕੇਸ਼ਨ ਫਾਰਮ ਹੋਏਗਾ, ਉਹ 3 ਹਫ਼ਤੇ ਲਈ ਖੁੱਲ੍ਹਾ ਹੋਊਗਾ। ਅੱਛਾ, ਜਿੰਨੇ ਵੀ ਚਾਹਵਾਨ ਨੇ ਉੱਥੇ ਆਪਣੀ ਐਕਸਪ੍ਰੈਸ਼ਨ ਆਫ ਇੰਟਰਸਟ ਕਿ ਇਹ ਸਾਡੀ ਡਿਟੇਲਸ ਨੇ, ਇਹ ਸਾਡੀ ਫੈਮਿਲੀ ਡਿਟੇਲਸ ਨੇ, ਇਹ ਸਾਡੀ ਇਨਕਮ ਅਸੀਂ ਮੈਚ ਕਰਦੇ ਹਾਂ, ਸਾਡੇ ਪੇਰੈਂਟਸ ਦੀ ਆਹ ਡਿਟੇਲਸ ਨੇ, ਅਸੀਂ ਇਹਨਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹਾਂ, ਉਹਦਾ ਜੋ ਐਕਸਪ੍ਰੈਸ਼ਨ ਆਫ ਇੰਟਰਸਟ ਹੈ ਤੁਸੀਂ ਉਹ ਸਬਮਿਟ ਕਰਨਾ। ਉਸ ਤੋਂ ਬਾਅਦ ਉਹਦੇ ਵਿੱਚੋਂ ਰੈਂਡਮਲੀ 10,000 ਐਪਲੀਕੇਸ਼ਨਸ ਚੱਕੀਆਂ ਜਾਣਗੀਆਂ, ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜਿਆ ਜਾਊਗਾ ਜੀ। ਉਹ ਤੋਂ ਬਾਅਦ ਉਹਨਾਂ ਕੋਲ 60 ਡੇਜ਼ ਦਾ ਟਾਈਮ ਹੋਊਗਾ ਕਿ ਵਿਦਿਨ 60 ਡੇਜ਼ ਉਹਨਾਂ ਨੂੰ ਫਿਰ ਜੋ ਰਿਕੁਆਇਰਡ ਡਾਕੂਮੈਂਟਸ ਹੋਣਗੇ ਉਹ ਸਬਮਿਟ ਕਰਨਾ। ਅੱਛਾ, ਹੁਣ ਆਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਕੀਤੀ ਹੈ। ਹੁਣ 13 ਤਰੀਕ ਦਾ ਲਗਭਗ ਬਹੁਤ ਸਾਰੇ ਦਰਸ਼ਕ ਇੰਤਜ਼ਾਰ ਕਰਨਗੇ ਜੀ, ਜਿਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਆਪਣੇ ਮਾਪੇ ਜਾਂ ਗ੍ਰੈਂਡ ਪੇਰੈਂਟਸ ਸੱਦਣੇ ਆ। ਹਾਂਜੀ, ਉਹਨਾਂ ਵਾਸਤੇ ਕਿਉਂਕਿ ਤਿਆਰੀ ਤਾਂ ਹੁਣ ਤੋਂ 13 ਤਰੀਕ 'ਚ ਕਿਹੜਾ ਗੋਡੇ ਰਹਿੰਦੀ ਹੈ, ਬੜੀ ਨੇੜੇ ਹੈ। ਕਿਹੜੇ ਡਾਕੂਮੈਂਟਸ ਨੇ ਜਿਨ੍ਹਾਂ ਨੂੰ ਉਹ ਤਿਆਰ ਕਰਨ ਤੇ ਆਪਣੇ ਹੱਥ ਵਿੱਚ ਰੱਖਣ, ਤਾਂ ਕਿ ਜੇ ਲੋਟਰੀ ਉਹਨਾਂ ਦੀ, ਪਤਾ ਨਹੀਂ ਹੁਣ ਮੁਕੱਦਰਾਂ ਦੀ ਗੱਲ ਹੈ ਕਿਹਦੀ ਨਿਕਲਣੀ ਹੈ, ਇਹ ਤਾਂ ਬਾਅਦ ਦੀ ਗੱਲ ਹੈ। ਹਾਂਜੀ, ਪਰ ਕਿਹੜੇ ਉਹਨਾਂ ਨੂੰ ਪੇਪਰ ਚਾਹੀਦੇ ਹੋਣਗੇ ਜੀ? ਇਨੀਸ਼ੀਅਲੀ ਇਹਦੇ ਵਿੱਚ ਤੁਹਾਨੂੰ ਤੁਹਾਡੇ ਆਪਣੇ ਜਿਹੜੇ ਇੱਥੇ ਸਪਾਂਸਰ ਨੇ ਕੈਨੇਡਾ ਦੇ ਵਿੱਚ, ਚਾਹੇ ਉਹ PR ਨੇ ਚਾਹੇ ਉਹ ਸਿਟੀਜ਼ਨ ਨੇ ਜੀ, ਉਹਨਾਂ ਦੇ ਪ੍ਰੂਫ ਆਫ ਕੈਨੇਡੀਅਨ ਰੈਜ਼ੀਡੈਂਸੀ ਕਿ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ, ਇਹਦਾ ਪ੍ਰੂਫ, ਪਲੱਸ
ਤੁਹਾਡੇ ਜਿਹੜੇ 3 ਸਾਲ ਦੀ ਇਨਕਮ ਕੀ ਸੀ, ਜਿਹੜੀ ਤੁਸੀਂ ਸੀਆਰਏ ਨੂੰ ਰਿਪੋਰਟ ਕੀਤੀ, ਤੁਹਾਡੀ ਫੈਮਿਲੀ ਇਨਕਮ, ਉਹਦੀ ਡਿਟੇਲਸ ਚਾਹੀਦੀਆਂ ਨੇ। ਉਹ ਤੋਂ ਇਲਾਵਾ ਤੁਹਾਨੂੰ ਬੇਸਿਕ ਜਿਹੜਾ ਆਇਡੈਂਟੀਟੀ ਡਿਟੇਲਸ ਹੁੰਦੀਆਂ ਨੇ ਤੁਹਾਡੇ ਪੇਰੈਂਟਸ ਦੀਆਂ ਜਾਂ ਗ੍ਰੈਂਡ ਪੇਰੈਂਟਸ ਦੀਆਂ, ਉਹ ਚਾਹੀਦੀਆਂ ਨੇ ਫਾਰਮ ਫਿਲ ਕਰਨ ਲਈ। ਦੈਟਸ ਇਟ, ਇਨੀਸ਼ੀਅਲੀ ਸਿਰਫ ਆਹ ਇਨਫੋਰਮੇਸ਼ਨ ਚਾਹੀਦੀ ਹੈ ਜੀ, ਇਸ ਤੋਂ ਇਲਾਵਾ ਹੋਰ ਕੋਈ ਇਨਫੋਰਮੇਸ਼ਨ ਤੁਹਾਨੂੰ ਨਹੀਂ ਚਾਹੀਦੀ। ਅੱਛਾ, ਜੇ ਮੰਨ ਲਓ ਵੀ ਕਿਸੇ ਵਿਅਕਤੀ ਦੇ ਸਿਰਫ ਮਾਂ-ਬਾਪ ਹੀ ਨੇ, ਕੋਈ ਡਿਪੈਂਡੈਂਟ ਬੱਚਾ ਉਹਨਾਂ ਦੇ ਨਾਲ ਨਹੀਂ, ਸਿਰਫ ਉਹਨੇ ਮਾਂ-ਬਾਪ ਨੂੰ ਸੱਦਣਾ ਜਾਂ ਦਾਦਾ-ਦਾਦੀ ਨੂੰ ਸੱਦਣਾ ਹੈ, ਇੱਥੇ ਇੱਕ ਆਪਾਂ ਜਿਹਨੂੰ ਫੈਮਿਲੀ ਆਪਾਂ ਯੂਨਿਟ ਇੱਕ ਕਹਿੰਦੇ ਆ ਕਿ ਹਸਬੈਂਡ ਵਾਈਫ ਹੈ, ਉਹਨਾਂ ਦੇ 2 ਬੱਚੇ ਆ, 4 ਬੰਦੇ ਆ, ਕਿੰਨੀ ਕੁ ਇਨਕਮ ਚਾਹੀਦੀ ਹੈ ਜੀ? ਜੀ ਨਾਰਮਲੀ ਕੀ ਹੁੰਦਾ, ਹਰ ਸਾਲ ਗਵਰਨਮੈਂਟ ਵੱਲੋਂ ਇੱਕ ਟੇਬਲ ਆਉਂਦਾ ਜੀ ਨਵਾਂ, ਜਿਹਨੂੰ ਲਾਈਕੋ ਕਹਿੰਦੇ ਨੇ ਜੀ, ਲੋ ਇਨਕਮ ਕਟ ਆਫ, ਜੋ ਬੇਸਿਕ ਮੰਨਦੇ ਨੇ ਕਿ ਜੇ ਇੰਨੇ ਮੈਂਬਰ ਇੱਕ ਯੂਨਿਟ 'ਚ ਰਹਿੰਦੇ ਨੇ ਤਾਂ ਉਹਨਾਂ ਦੇ ਬੇਸਿਕ ਸਰਵਾਈਵਲ ਲਈ ਇੰਨੀ ਇਨਕਮ ਹੋਣਾ ਜ਼ਰੂਰੀ ਹੈ। ਤੇ ਜਦ ਵੀ ਆਪਾਂ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਸਪਾਂਸਰਸ਼ਿਪ ਦੀ ਗੱਲ ਕਰਦੇ ਹਾਂ ਤਾਂ ਉਹ 'ਚ ਕੀ ਮੰਨਿਆ ਜਾਂਦਾ ਕਿ ਤੁਹਾਡਾ ਯੂਨਿਟ ਪਲੱਸ ਤੁਸੀਂ ਜਿੰਨੇ ਬੰਦੇ ਸਪਾਂਸਰ ਕਰ ਰਹੇ ਹੋ, ਤੇ ਮੰਨ ਲਓ ਤੁਸੀਂ 4 ਹੋ ਪਲੱਸ ਪੇਰੈਂਟਸ ਨੂੰ ਕਰਨਾ ਹੈ, ਮਦਰ ਫਾਦਰ ਨੂੰ, ਟੋਟਲ 6 ਹੋ ਗਏ। ਤਾਂ ਪਹਿਲਾਂ ਕੀ ਹੁੰਦਾ ਸੀਗਾ ਕਿ ਤੁਸੀਂ ਪਿਛਲੇ 3 ਸਾਲ ਦਾ ਲਾਈਕੋ ਪਲੱਸ 30% ਦਿਖਾਉਣਾ ਹੁੰਦਾ ਸੀ। ਅੱਛਾ ਜੀ। ਤੇ ਉਹ ਹਰ ਸਾਲ ਤੁਹਾਡਾ ਮੇਨਟੇਨ ਹੋਣਾ ਚਾਹੀਦਾ ਸੀਗਾ। ਬਟ 2020 ਵਿੱਚ ਜਿਵੇਂ ਕੋਵਿਡ ਕਰਕੇ ਬਹੁਤ ਸਾਰੇ ਇਸ਼ੂਜ਼ ਆ ਗਏ ਨੇ, ਜੌਬਸ ਦੇ ਵਿੱਚ ਲੋਕਾਂ ਦੀ ਇੰਨੀ ਇਨਕਮ ਨਹੀਂ ਹੋ ਪਾਈ ਹੈ, ਤਾਂ ਇਸ ਕੈਨੇਡੀਅਨ ਗਵਰਨਮੈਂਟ ਨੇ ਇਹ ਰਾਹਤ ਦਿੱਤੀ ਹੈ ਕਿ ਇਸ ਸਾਲ ਤੁਹਾਨੂੰ ਪਲੱਸ 30% ਦਿਖਾਉਣ ਦੀ ਲੋੜ ਨਹੀਂ ਹੈਗੀ। ਅੱਛਾ, ਇਹਦਾ ਮਤਲਬ ਬਹੁਤ ਵਧੀਆ ਗੱਲ ਹੈ। ਬਿਲਕੁਲ ਜੀ, ਸਿਰਫ ਲਾਈਕੋ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ ਐਲੀਜੀਬਲ ਹੋ। ਅੱਛਾ, ਹੁਣ ਮੰਨ ਲਓ ਵੀ ਕੋਈ ਵਿਅਕਤੀ ਦੀ ਜਿਹੜਾ ਤੁਸੀਂ ਹੁਣੀ ਦੱਸਿਆ ਕਿ ਕੋਵਿਡ-19, ਆਪਾਂ ਨੂੰ ਪਤਾ ਹੈ, ਸਰਕਾਰ ਨੂੰ ਵੀ ਪਤਾ ਕਿ ਬਹੁਤ ਸਾਰੇ ਲੋਕਾਂ ਦੇ ਕੰਮ ਛੁੱਟੇ ਆ, ਹੋ ਸਕਦਾ ਦੁਬਾਰਾ ਕਿਸੇ ਨੂੰ ਹਲੇ ਕੰਮ ਮਿਲਿਆ ਵੀ ਨਾ ਹੋਵੇ। ਬਿਲਕੁਲ ਜੀ, ਉਹਨਾਂ ਨੂੰ ਇਹ ਰਾਹਤ ਤਾਂ ਦੇ ਦਿੱਤੀ ਗਈ, ਪਰ ਜੇਕਰ ਇਸ ਵਕਤ ਜਿਹੜੀ 13 ਅਕਤੂਬਰ ਤੋਂ ਲੈ ਕੇ 3 ਹਫ਼ਤਿਆਂ ਦੇ ਵਾਸਤੇ ਐਪਲੀਕੇਸ਼ਨ ਖੁੱਲਣੀ ਹੈ, ਸਬਮਿਟ ਕੀਤੀ ਜਾ ਸਕਦੀ ਹੈ, ਭਾਵੇਂ ਆਨਲਾਈਨ ਹੀ ਹੈ, ਜੇਕਰ ਇਹਨਾਂ ਦਿਨਾਂ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਵੀ ਨਹੀਂ ਜੀ ਤਾਂ ਵੀ ਕਰ ਸਕਦਾ ਹੈ? ਬਿਲਕੁਲ ਕਰ ਸਕਦਾ ਜੀ। ਜੋ ਕੰਮ ਨਹੀਂ ਵੀ ਕਰਦੇ ਹੈਗੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ, ਕਿਉਂਕਿ ਇਹਦਾ ਤੁਹਾਡੇ ਕਰੰਟਲੀ ਕੰਮ ਤੇ ਹੋਣ ਨਾਲ ਜਾਂ ਨਾ ਹੋਣ ਨਾਲ ਫਰਕ ਨਹੀਂ ਪੈਂਦਾ। ਅੱਛਾ, ਤੁਸੀਂ ਗਵਰਨਮੈਂਟ ਅਸਿਸਟੈਂਸ ਨਾਲ ਲੈ ਰਹੇ ਹੋ, ਤੁਸੀਂ ਗਵਰਨਮੈਂਟ ਅਸਿਸਟੈਂਸ ਦੇ ਕਿਸੇ ਡਿਫਾਲਟ 'ਚ ਨਾ ਹੋਵੋ, ਤੇ ਤੁਹਾਡੀ ਐਨੂਅਲ ਪੂਰੇ ਸਾਲ ਦੀ ਇਨਕਮ ਬਣਦੀ ਹੋਵੇ। ਅੱਛਾ, ਜੇ ਕੋਈ ਸਰਬ ਲੈ ਰਿਹਾ ਹੋਊਗਾ ਮੰਨ ਲਓ, ਨਹੀਂ, ਸਰਬ ਜਿਹੜਾ ਹੁੰਦਾ ਕੋਈ ਸਪੈਸ਼ਲ ਬੈਨੀਫਿਟ ਨਹੀਂ ਮੰਨਿਆ ਜਾਂਦਾ, ਉਹ ਤਾਂ ਇੰਡਿਊਸਡ ਬੈਨੀਫਿਟ ਸੀਗਾ ਜੀ, ਜਿਵੇਂ ਕੋਵਿਡ ਕਰਕੇ ਹੋਇਆ ਸੀਗਾ। ਉਹਦੇ ਵਿੱਚ ਕਿਸੇ ਦਾ ਕੋਈ ਇਹ ਨਹੀਂ ਸੀਗਾ ਕਿ ਮੈਂ ਜਾਣਬੁੱਝ ਕੇ ਉਹ ਬੈਨੀਫਿਟ ਲੈ ਰਿਹਾ ਜਾਂ ਮੈਂ ਕਮਾ ਨਹੀਂ ਪਾ ਰਿਹਾ, ਉਹ ਇੱਕ ਜੈਨੂਇਨ ਸੀਗਾ ਜੀ। ਬਟ ਜੇ ਸਰਬ ਦੇ ਨਾਲ ਜਨਵਰੀ ਤੋਂ ਪੂਰੇ ਜਿਹੜਾ 2020 ਦਾ ਫਾਈਨੈਂਸ਼ੀਅਲ ਈਅਰ ਹੈ, ਉਹਦੇ ਵਿੱਚ ਤੁਹਾਡੀ ਟੋਟਲ ਇਨਕਮ ਮੀਟ ਹੋ ਜਾਂਦੀ ਹੈ ਜਿਹੜੀ ਲਾਈਕੋ ਦੇ ਹਿਸਾਬ ਨਾਲ, ਤਾਂ ਤੁਸੀਂ ਬਿਲਕੁਲ ਐਲੀਜੀਬਲ ਹੋਵੋਗੇ, ਚਾਹੇ ਤੁਸੀਂ ਕਰੰਟਲੀ ਕੰਮ ਨਹੀਂ ਵੀ ਕਰ ਰਹੇ। ਇਟਸ ਫਾਈਨ। ਵੈਰੀ ਨਾਈਸ। ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਦਰਸ਼ਕਾਂ ਦੇ ਇਹ ਕੰਮ ਦੀ ਤੇ ਪੁਖਤਾ ਜਾਣਕਾਰੀ ਹੈ। ਹਾਂਜੀ, ਇਹਦੇ ਵਿੱਚ ਮੈਂ ਇੱਕ ਥੋੜੀ ਚੀਜ਼ ਹੋਰ ਐਡ ਕਰਨਾ ਚਾਹਾਂਗਾ ਕਿ ਇਹ ਸੀਗਾ ਕਿ ਬਹੁਤ ਗੱਲ ਆਉਂਦੀ ਸੀ ਕਿ 10,000 ਐਪਲੀਕੇਸ਼ਨ ਦਾ ਕੀ ਹੋਊਗਾ, ਅਪਲਾਈ ਕਰਨ ਵਾਲੇ ਤਾਂ ਕਿੰਨੇ ਨੇ, ਬਹੁਤ ਨੇ, ਦੁਨੀਆ ਭਰ ਚੋਂ ਨੇ। ਬਿਲਕੁਲ ਜੀ, ਤੇ ਗਵਰਨਮੈਂਟ ਨੇ ਇਹ ਵੀ ਕਿਹਾ ਸੀਗਾ, ਇਮੀਗ੍ਰੇਸ਼ਨ ਮਿਨਿਸਟਰ ਨੇ, ਕਿ ਅਸੀਂ 2 ਸਾਲ ਦੇ ਵਿੱਚ ਅਰਾਊਂਡ 40 to 41,000 40 ਤੋਂ 41,000 ਐਪਲੀਕੇਸ਼ਨਸ ਲਵਾਂਗੇ। ਪਰ ਜਿੱਦਾਂ ਕਿ ਉਹਨਾਂ ਨੇ ਦੇਖਿਆ ਕਿ 2020 ਐਂਡ ਹੋ ਗਿਆ, ਤਾਂ 10,000 ਐਪਲੀਕੇਸ਼ਨ ਉਹ ਸਿਰਫ ਇਸ ਵਾਰ ਲੈ ਰਹੇ ਨੇ। 2021 ਦੇ ਵਿੱਚ ਐਪਲੀਕੇਸ਼ਨਸ ਦੁਬਾਰਾ ਫੇਰ ਖੋਲਣਗੀਆਂ, ਉਹ ਡੇਟਸ ਦੁਬਾਰਾ ਆਉਣਗੀਆਂ, ਉਦੋਂ ਉਹਨਾਂ ਨੇ 30,000 ਨਵੀਂ ਐਪਲੀਕੇਸ਼ਨਸ ਫੇਰ ਲੈਣੀਆਂ ਨੇ। ਪਰ ਭਾਵੇਂ ਫਿਰ ਕੁਝ ਵੀ ਹੈ, ਇਸ ਗੱਲ ਨੂੰ ਆਪਾਂ ਇਹ ਸਰਕਾਰ ਨੂੰ ਕਿਵੇਂ ਬਰੀ ਕਰਾਂਗੇ, ਭਾਵੇਂ ਉਹਨਾਂ ਨੇ 10,000 ਲੈਣੀਆਂ ਨੇ। ਹਾਂਜੀ, ਹਫ਼ਤੇ ਤਾਂ ਹੁਣ ਵੀ 3 ਦਿੱਤੇ ਨੇ, ਅੱਗੇ ਵੀ ਇੰਨੇ ਹੁੰਦੇ ਨੇ। ਓਕੇ ਜੀ, ਕਿਉਂਕਿ ਲੋਕਾਂ ਨੇ ਤਾਂ ਜੇ ਹੁਣ 20,000 ਹੁੰਦਾ ਤਾਂ 20,000 3 ਹਫ਼ਤਿਆਂ 'ਚ ਭਰ ਦੇਣੀ ਸੀ, 30,000 ਹੁੰਦਾ 3,000 ਤਾਂ ਹਫ਼ਤਿਆਂ 'ਚ ਭਰ ਦੇਣੀ ਸੀ। ਮੇਰੇ ਖਿਆਲ ਦੇ ਵਿੱਚ ਨੰਬਰ ਤਾਂ ਥੋੜਾ ਚਲੋ ਦੇਰ ਆਏ ਦੁਰਸਤ ਆਏ। ਹਾਂਜੀ, ਹੋ ਸਕਦਾ ਕਿ ਬਹੁਤ ਸਾਰੇ ਦਰਸ਼ਕ ਨੇ ਉਹਨਾਂ ਨੂੰ ਆਪਣੇ ਮਾਪੇ ਬੁਲਾਉਣ ਦਾ ਮੌਕਾ ਮਿਲ ਜਾਏ। ਹਾਂਜੀ, ਹੁਣ ਮੈਨੂੰ ਇਹ ਦੱਸੋ ਕਿ ਜੇ ਬਹੁਤ ਸਾਰੇ ਲੋਕ ਨੇ, ਪੜ੍ਹੇ ਲਿਖੇ ਵੀ ਨੇ, ਘੱਟ ਪੜ੍ਹੇ ਲਿਖੇ ਵੀ ਨੇ, ਵੱਧ ਪੜ੍ਹੇ ਲਿਖੇ ਵੀ ਨੇ, ਸਮੇਂ ਦੇ ਉੱਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੈਟਾਗਰੀਜ਼ ਹੁੰਦੀਆਂ ਨੇ ਜਿਹਦੇ ਵਿੱਚ ਉਹ ਸਮਝਦੇ ਨੇ ਕਿ ਅਸੀਂ ਫਿੱਟ ਹੁੰਦੇ ਹਾਂ ਤੇ ਅਸੀਂ ਕੈਨੇਡਾ ਚਲੇ ਜਾਂਦੇ ਹਾਂ। ਕੈਨੇਡਾ ਆਉਣ ਦਾ ਲਗਭਗ ਹੱਕ ਦਾ ਸੁਪਨਾ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜੇਕਰ ਤੁਸੀਂ ਯੋਗਤਾ ਰੱਖਦੇ ਹੋ, ਤੁਹਾਡਾ ਵੀ ਇਹਨਾਂ ਮੁਲਕਾਂ ਵਿੱਚ ਆਉਣ ਦਾ ਹੱਕ ਹੈ, ਤੁਸੀਂ ਆ ਸਕਦੇ ਹੋ, ਪਰ ਗੈਰ ਕਾਨੂੰਨੀ ਧੰਦਾ ਕੋਈ ਨਾ ਅਪਣਾਇਓ ਜਿਸ ਦੇ ਨਾਲ ਤੁਸੀਂ ਵੀ ਖੱਜਲ ਹੋਵੋ, ਤੁਹਾਡਾ ਪੈਸਾ ਵੀ ਜਾਵੇ ਤੇ ਤੁਹਾਡੇ ਪੁੱਤ ਧੀ ਵੀ ਜਾਣ ਤੇ ਤੁਹਾਡੀਆਂ ਜ਼ਿੰਦਗੀਆਂ ਜਾਣ। ਸੋ ਹੁਣ ਅਗਲੀ ਜਾਣਕਾਰੀ ਮੈਨੂੰ ਇਹ ਦਿਓ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅੰਗਰੇਜ਼ੀ ਵੀ ਠੀਕ ਠਾਕ ਹੈ ਤੇ ਆਪਣੇ ਕੋਲ ਕੋਈ ਨੈਣੀ ਦਾ ਕੋਰਸ ਕੀਤਾ ਹੈ ਜਾਂ ਆਪਾਂ ਨਰਸਿੰਗ ਕੀਤੀ ਹੋਈ ਹੈ, ਉਹਨਾਂ ਵਾਸਤੇ ਜੇ ਆਉਣਾ ਹੋਵੇ ਤਾਂ ਕੀ ਕੁਝ ਚਾਹੀਦਾ ਹੈ? ਬਿਲਕੁਲ ਵੀਰ ਜੀ, ਮੈਂ ਬਿਲਕੁਲ ਕੇਅਰ ਗਿਵਰ ਦਾ ਤੁਸੀਂ ਪ੍ਰੋਗਰਾਮ ਕਹਿ ਰਹੇ ਹੋ, ਇਹ ਪਾਇਲਟ ਪ੍ਰੋਗਰਾਮ ਲਾਂਚ ਹੋਇਆ ਸੀ, ਮੈਂ ਬਿਲਕੁਲ ਇਹ ਤੇ ਆਵਾਂਗਾ। ਇਸ ਤੋਂ ਪਹਿਲਾਂ ਮੈਂ ਇੱਕ ਛੋਟੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗਾ ਜਿਹੜੀ ਪੇਰੈਂਟ ਗ੍ਰੈਂਡ ਪੇਰੈਂਟ ਸਪਾਂਸਰਸ਼ਿਪ ਤੇ। ਹੁਣ ਉਹਦੇ ਵਿੱਚ 3 ਸਾਲ ਦੀ ਇਨਕਮ ਮੇਨਟੇਨ ਕਰਨੀ ਹੁੰਦੀ ਹੈ, ਇਹ ਦਰਸ਼ਕਾਂ ਨੂੰ ਬਿਲਕੁਲ ਪਤਾ ਹੋਊਗਾ, ਠੀਕ ਹੈ ਜੀ। ਹਾਊਐਵਰ ਹੁਣ ਬਹੁਤ ਸਾਰੇ ਦਰਸ਼ਕ ਇਦਾਂ ਦੇ ਵੀ ਹੋਣਗੇ ਵੀ ਜਿਨ੍ਹਾਂ ਦੇ ਪੇਰੈਂਟਸ ਇੱਥੇ ਨੇ ਜਾਂ ਭਾਵੇਂ ਇੱਥੋਂ ਬਾਹਰ ਆਪਣੇ ਦੇਸ਼ 'ਚ ਰਹਿੰਦੇ ਨੇ ਉਹ, ਤੇ ਉਹਨਾਂ ਨੂੰ ਸਪਾਂਸਰ ਕਰਨਾ ਬਹੁਤ ਜ਼ਰੂਰੀ ਆ, ਭਾਵ ਕਿ ਉੱਥੇ ਉਹਨਾਂ ਦੀ ਕੋਈ ਕੇਅਰ ਕਰਨ ਵਾਲਾ ਕੋਈ ਨਹੀਂ ਹੈਗਾ ਤੇ ਇੱਥੇ ਉਹ ਇਨਕਮ ਵੀ ਹਜੇ ਮੀਟ ਨਹੀਂ ਕਰਦੇ। ਅੱਛਾ, ਤਾਂ ਉਹ ਨਿਰਾਸ਼ ਨਾ ਹੋਣ, ਉਹਨਾਂ ਲਈ ਵੀ ਤਰੀਕਾ ਹੈ। ਉਹ ਕੀ ਹੈ ਜੀ? ਜਿਹਨੂੰ ਆਪਾਂ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡਸ ਕਹਿੰਦੇ ਆ, ਕਿ ਆਪਾਂ ਗਵਰਨਮੈਂਟ ਆਫ ਕੈਨੇਡਾ ਨੂੰ ਤਰਸ ਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਸਾਡੀ ਇਹ ਜੈਨੂਇਨ ਰਿਕੁਆਇਰਮੈਂਟ ਹੈ ਜੀ, ਕਿ ਸਾਡੇ ਪੇਰੈਂਟਸ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ, ਜਾਂ
ਕਿਸੇ ਵੀ ਤਰ੍ਹਾਂ ਦੀ ਕੋਈ ਇਦਾਂ ਦੀ ਅੜਚਨ ਹੈ ਜਿਹੜੀ ਆਪਾਂ ਗਵਰਨਮੈਂਟ ਨੂੰ ਪ੍ਰੂਵ ਕਰ ਸਕਦੇ ਹਾਂ ਕਿ ਹਾਂਜੀ ਇਹਨਾਂ ਦੇ ਪੇਰੈਂਟਸ ਨੂੰ ਸਪਾਂਸਰ ਕਰਨਾ ਅਲਾਉ ਕਰਨਾ ਚਾਹੀਦਾ ਹੈ ਇਸ ਪ੍ਰੋਗਰਾਮ ਤੋਂ ਇਲਾਵਾ ਵੀ। ਅੱਛਾ। ਤੇ ਜੇ ਕਿਸੇ ਦੀ ਇਨਕਮ ਨਹੀਂ ਵੀ ਬਣਦੀ ਉਹਨਾਂ ਨੂੰ ਇਹ ਢੇਰੀ ਢਾਕੇ ਨਹੀਂ ਬਹਿਣਾ ਚਾਹੀਦਾ ਕਿ ਅਸੀਂ ਤਾਂ ਕਰ ਹੀ ਨਹੀਂ ਸਕਦੇ, ਸਾਡੇ ਇਨਕਮ ਨਹੀਂ ਬਣਦੀ, ਉਹ ਵੀ ਟਰਾਈ ਕਰ ਸਕਦੇ ਨੇ। ਬਿਲਕੁਲ ਉਹ ਚੈੱਕ ਕਰਨ ਕਿ ਜੋ ਉਹਨਾਂ ਦਾ ਕੇਸ ਹੈ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡਸ ਦੇ ਵਿੱਚ ਫਿੱਟ ਬਹਿੰਦਾ, ਜੇ ਬਹਿੰਦਾ ਤਾਂ ਬਿਲਕੁਲ ਇਸ ਪ੍ਰੋਗਰਾਮ ਤੋਂ ਹਟ ਕੇ ਵੀ ਉਹ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰ ਸਕਦਾ। ਅੱਛਾ, ਉਹਦੇ ਵਿੱਚ ਸਿਰਫ ਇਹੀ ਹੈ ਕਿ ਉੱਥੇ ਕੋਈ ਸਾਂਭਣ ਵਾਲਾ ਕੋਈ ਹੋਰ ਪਿੱਛੇ ਭੈਣ ਭਰਾ ਨਹੀਂ, ਕੋਈ ਚਾਚਾ ਤਾ ਨਹੀਂ, ਜਾਂ ਇਸ ਦੇ ਵਿੱਚ ਕੁਝ ਹੋਰ ਕਾਰਨ ਵੀ ਹੋ ਸਕਦੇ ਨੇ? ਨਹੀਂ ਜੀ, ਇਹਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਵੀਰ ਜੀ। ਇਹ 'ਚ ਇੱਕ ਤਾਂ ਤੁਹਾਡੇ ਕੈਨੇਡਾ ਦੇ ਵਿੱਚ ਫੈਮਿਲੀ ਟਾਈਜ਼ ਕੀ ਨੇ, ਠੀਕ ਹੈ, ਕੈਨੇਡਾ ਤੋਂ ਬਾਹਰ ਕੀ ਫੈਮਿਲੀ ਟਾਈਜ਼ ਨੇ। ਉਸ ਤੋਂ ਇਲਾਵਾ ਜੇ ਉਹ ਤੁਹਾਡੀ ਹਿਊਮੈਨਿਟੇਰੀਅਨ 'ਚ ਕੀ ਹੁੰਦਾ ਵੀਰ ਜੀ ਕਿ ਜੇ ਉਹ ਤੁਹਾਨੂੰ ਮਨਾ ਕਰਨ ਤਾਂ ਤੁਹਾਡੇ ਉੱਤੇ ਇਹ ਜੀ ਕੀ ਤਕਲੀਫ ਆ ਸਕਦੀ ਹੈ ਜਿਹੜੀ ਇੱਕ ਐਜ਼ ਅ ਹਿਊਮਨ ਤੁਹਾਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਅੱਛਾ। ਜੇ ਉਹ ਪ੍ਰੂਵ ਕਰ ਸਕਦੇ ਆ ਵੀ ਉਹਦਾ ਬੁਲਾਉਣਾ, ਜਿਵੇਂ ਕਈਆਂ ਦੇ ਪੇਰੈਂਟਸ ਕੀ ਹੁੰਦੇ ਵੀ ਜੀ ਬਹੁਤ ਬਜ਼ੁਰਗ ਹੋ ਗਏ, ਉਹਨੂੰ ਸਪੈਸ਼ਲ ਧਿਆਨ ਦੀ ਲੋੜ ਹੈ, ਸਪੈਸ਼ਲ ਕੇਅਰ ਦੀ ਲੋੜ ਹੈ, ਪਰ ਕੰਮ ਦੇ ਸਦਕੇ ਤੁਸੀਂ ਇੱਥੋਂ ਉੱਥੇ ਜਾ ਨਹੀਂ ਸਕਦੇ ਤੇ ਇਨਕਮ ਕਰਕੇ ਉਹ ਇੱਥੇ ਆ ਨਹੀਂ ਪਾ ਰਹੇ। ਤਾਂ ਇਸ ਕੇਸ ਦੇ ਵਿੱਚ ਬਿਲਕੁਲ ਜੇ ਆਪਾਂ ਗਵਰਨਮੈਂਟ ਆਫ ਕੈਨੇਡਾ ਅੱਗੇ ਇੱਕ ਸਟਰੋਂਗ ਕੇਸ ਰੱਖਦੇ ਹਾਂ ਤਾਂ ਇਹਦੇ ਬਹੁਤ ਚਾਂਸ ਹੁੰਦੇ ਨੇ ਕਿ ਉਹ ਇਸ ਨੂੰ ਅਪਰੂਵ ਕਰਨ, ਕਿਉਂਕਿ ਹਮੇਸ਼ਾ ਤੋਂ ਫੈਮਿਲੀ ਰੀਯੂਨੀਫਿਕੇਸ਼ਨ ਨੂੰ ਕੈਨੇਡੀਅਨ ਗਵਰਨਮੈਂਟ ਨੇ ਹਮੇਸ਼ਾ ਤੋਂ ਇੱਕ ਪ੍ਰਾਇੋਰਟੀ ਦਿੱਤੀ ਹੈ ਜੀ। ਅੱਛਾ, ਹੁਣ ਅਗਲਾ ਸਵਾਲ ਮੈਨੂੰ ਇਹ ਦੱਸੋ, ਉਹਦੇ ਤੋਂ ਪਹਿਲਾਂ ਕਿ ਆਪਾਂ ਨੈਣੀ ਵਾਲੇ ਪਾਸੇ ਵਧੀਏ, ਬਹੁਤ ਸਾਰੇ ਲੋਕ ਸੁਪਰ ਵੀਜ਼ਾ ਤੇ ਇੱਥੇ ਆਏ ਹੋਣਗੇ, ਹਾਂਜੀ, ਕਿ ਜਿਹੜਾ ਵਿਦਨ ਕੈਨੇਡਾ ਹਾਂਜੀ, ਉਹ ਵੀ ਇਸ ਐਪਲੀਕੇਸ਼ਨ ਦਾ ਹਿੱਸੇਦਾਰ ਬਣ ਸਕਦੇ ਆ, ਉਹ ਐਪਲੀਕੈਂਟ ਬਣ ਸਕਦੇ? ਹਾਂਜੀ ਹਾਂਜੀ ਬਿਲਕੁਲ ਜੀ। ਮੇਰਾ ਮੰਨਣਾ ਹੈ ਕਿ 90% ਐਪਲੀਕੇਸ਼ਨ ਵਿਦਨ ਕੈਨੇਡਾ ਹੀ ਹੋਣਗੇ ਜੀ। ਅੱਛਾ, ਮਤਲਬ ਹੋਣਗੇ ਜਾਂ ਐਟਲੀਸਟ ਉਹਨਾਂ ਕੋਲ ਸੁਪਰ ਵੀਜ਼ਾ ਤਾਂ ਹੋਊਗਾ ਕਿ ਜਿਹੜੇ ਆ ਕੇ ਜਾ ਚੁੱਕੇ ਨੇ, ਹੁਣ ਕੋਵਿਡ ਕਰਕੇ ਫਸੇ ਜਾਂ ਨਹੀਂ ਆ ਸਕਦੇ, ਬਟ 80 to 90% ਐਪਲੀਕੇਟਸ ਉਹੀ ਹੋਣਗੇ ਜਿਹੜੇ ਪਹਿਲਾਂ ਕੈਨੇਡਾ ਆ ਚੁੱਕੇ ਨੇ ਜਾਂ ਇੱਥੇ ਰਹਿ ਚੁੱਕੇ ਨੇ ਜਾਂ ਕਰੰਟਲੀ ਇੱਥੇ ਆਪਣੇ ਬੱਚੇ ਨਾਲ ਰਹਿੰਦੇ ਵੀ ਨੇ ਜੀ। ਤੇ ਇੱਕ ਹੋਰ ਚੀਜ਼ ਵੀਰ ਜੀ, ਆਪਣੀ ਗੱਲ ਚੱਲੀ ਸੀ ਵੀ 10,000 ਐਪਲੀਕੇਸ਼ਨ ਐਕਸੈਪਟ ਕਰਨੀਆਂ ਨੇ। ਮੇਰੇ ਹਿਸਾਬ ਨਾਲ ਜਿਹੜੇ 3 ਹਫ਼ਤੇ ਨੇ, 3 ਹਫ਼ਤੇ ਪਹਿਲੇ ਹਫ਼ਤੇ ਜੀ ਲੱਖ ਐਪਲੀਕੇਸ਼ਨ ਚਲੇ ਜਾਣੀ। ਚੱਕਰ ਇਹ ਵੀ ਉਹ 'ਚ 10,000 ਚੱਕੀਆਂ ਕਿਹੜੀਆਂ ਜਾਣਗੀਆਂ ਜੇ ਤਾਂ ਟਾਈਮ ਨਾਲ ਦੱਸੋ। ਇਹ ਤਾਂ ਮੇਰੇ ਖਿਆਲ ਆਉਣ ਵਾਲਾ ਸਮਾਂ ਦੱਸੂ, ਫਿਰ ਆਪਾਂ ਗੱਲਬਾਤ ਕਰਾਂਗੇ ਕਿਹੜੀਆਂ ਚੱਕੀਆਂ ਗਈਆਂ, ਕਿਹਨਾਂ ਨੂੰ ਇਨਵੀਟੇਸ਼ਨ ਆਇਆ। ਤੇ ਹੁਣ ਆਪਾਂ ਕੇਅਰ ਗਿਵਰ ਦੀ ਗੱਲ ਕਰੀਏ। ਹਾਂਜੀ ਵੀਰ ਜੀ, ਇਹ ਕੇਅਰ ਗਿਵਰ ਦਾ ਜਿਹੜਾ ਪ੍ਰੋਗਰਾਮ ਹੈ ਇਹ ਲਾਸਟ ਈਅਰ ਕੈਨੇਡੀਅਨ ਗਵਰਨਮੈਂਟ ਨੇ ਇੱਕ ਨਵੇਂ ਪਾਇਲਟ ਦੇ ਅਧੀਨ ਲਾਂਚ ਕੀਤਾ ਸੀ। ਪਾਇਲਟ ਮਤਲਬ ਇੱਕ ਟੈਂਪਰੇਰੀ ਪ੍ਰੋਗਰਾਮ, ਉਹ ਪਹਿਲਾਂ ਜਿਵੇਂ ਉਹਨੂੰ ਟੈਸਟ ਬੇਸ ਤੇ ਚਲਾ ਕੇ ਦੇਖਦੇ ਨੇ 5 ਸਾਲ 3 ਸਾਲ 5 ਸਾਲ ਕੀ ਠੀਕ ਚੱਲਦਾ ਫਿਰ ਉਹਨੂੰ ਪਰਮਾਨੈਂਟ ਕਰ ਦਿੰਦੇ ਨੇ ਸਟ੍ਰੀਮ। ਹੁਣ ਇਹ ਪਾਇਲਟ ਪ੍ਰੋਗਰਾਮ 'ਚ ਕੀ ਹੈ ਜੀ, ਜਿਵੇਂ ਪਹਿਲਾਂ ਹੁੰਦਾ ਸੀਗਾ ਲਿਵ ਇਨ ਕੇਅਰ ਪ੍ਰੋਗਰਾਮ ਸੀਗਾ, ਪੀਪਲ ਵਿਦ ਹਾਇਰ ਮੈਡੀਕਲ ਨੀਡ ਸੀਗਾ, ਉਹ ਸਾਰੇ ਪ੍ਰੋਗਰਾਮ ਸਸਪੈਂਡ ਕਰਤੇ ਨੇ ਕੈਨੇਡੀਅਨ ਗਵਰਨਮੈਂਟ ਨੇ। ਹੁਣ ਕਰੰਟਲੀ ਸਿਰਫ 2 ਕੈਟਾਗਰੀਜ਼ ਦੇ ਅੰਡਰ ਇਹ ਪ੍ਰੋਗਰਾਮ ਚੱਲ ਰਿਹਾ ਜੀ। ਉਹ ਹੈਗਾ ਜੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਤੇ ਹੋਮ ਸਪੋਰਟ ਵਰਕਰ ਜੀ। ਇਹਦੇ ਵਿੱਚ ਜਿਹੜਾ ਕੋਈ ਵੀ ਕੈਂਡੀਡੇਟ ਹੈ, ਜੇ ਉਹਨਾਂ ਕੋਲ ਕੇਅਰ ਗਿਵਰ ਦਾ ਐਕਸਪੀਰੀਅੰਸ ਐਜ਼ ਅ ਕੇਅਰ ਗਿਵਰ ਜਾਂ ਫਿਰ ਇਹਦੇ ਰਿਲੇਟਡ ਐਜੂਕੇਸ਼ਨ ਹੈ, ਪਲੱਸ ਉਹਨਾਂ ਨੇ ਆਪਣੀ 12th ਤੋਂ ਬਾਅਦ ਐਟਲੀਸਟ 1 ਸਾਲ ਦੀ ਕੋਈ ਉਹਨਾਂ ਕੋਲ ਐਜੂਕੇਸ਼ਨ ਹੈ ਜਿਹੜੀ ਐਸ ਪਰ ਕੈਨੇਡੀਅਨ ਸਟੈਂਡਰਡਸ 1 ਸਾਲ ਦੀ ਪੋਸਟ ਸੈਕੰਡਰੀ ਐਜੂਕੇਸ਼ਨ ਅਸੈਸ ਹੋਣ ਦੇ ਯੋਗ ਹੈ, ਜਿਹੜੀ ਆਪਾਂ ਅਸੈਸ ਕਰਵਾ ਸਕਦੇ ਹਾਂ, ਤਾਂ ਬਿਲਕੁਲ ਉਹ ਇਸ ਪਾਇਲਟ ਪ੍ਰੋਗਰਾਮ ਦੇ ਅਧੀਨ ਅਪਲਾਈ ਕਰ ਸਕਦੇ ਨੇ। ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਜੀ ਕਿ ਇੱਕ EMPLOYER ਆਪਣੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਅਪਲਾਈ ਕਰਦੇ ਸੀ ਕਿ ਹਾਂਜੀ ਮੈਨੂੰ ਲੋੜ ਹੈ ਇਸ ਚੀਜ਼ ਦੀ, ਕਿ ਮੈਂ ਉਹਨਾਂ ਨੂੰ ਹਾਇਰ ਕਰਦੇ ਸੀ, ਉਹ ਇੱਥੇ ਵਰਕ ਪਰਮਿਟ ਤੇ ਆਉਂਦੇ ਸੀ, ਫਿਰ PR ਅਪਲਾਈ ਹੁੰਦੀ ਸੀ। ਬਟ ਹੁਣ ਇਹ ਚੇਂਜ ਹੋ ਗਿਆ ਜੀ। ਅੱਛਾ, ਹੁਣ LMI ਦੀ ਜ਼ਰੂਰਤ ਨਹੀਂ। ਕੇਅਰ ਗਿਵਰ ਲਈ ਜੇ ਕੋਈ ਫਰੈਸ਼ ਆਉਣਾ ਚਾਹੁੰਦਾ ਜੀ ਇੱਥੇ ਕੈਨੇਡਾ, ਤੇ ਉਹਨਾਂ ਨੂੰ LMI ਦੀ ਲੋੜ ਨਹੀਂ ਹੈਗੀ। ਤੇ ਉਹਨਾਂ ਨੂੰ ਕੀ ਜ਼ਰੂਰਤ ਹੈ ਜੀ ਫਿਰ? ਹੁਣ ਕੀ ਹੈ ਜੀ, ਜਿਹੜਾ EMPLOYER ਹੈ ਉਹ ਇੱਕ ਫਾਰਮ ਹੈ ਜਿਹਨੂੰ ਉਹ ਜੌਬ ਆਫਰ ਕਹਿੰਦੇ ਨੇ ਜੀ। ਅੱਛਾ, ਉਹ ਐਜ਼ ਅ ਜੌਬ ਆਫਰ ਉਹ ਇੰਟੈਂਟ ਫਾਰਮ ਉਹਨਾਂ ਨੂੰ ਦੇਣਗੇ ਕਿ ਹਾਂਜੀ ਮੈਂ ਇਹਨਾਂ ਨੂੰ ਹਾਇਰ ਕਰਨਾ ਚਾਹੁੰਦਾ, ਇਹ EMPLOYER ਦੀ ਡਿਟੇਲਸ ਨੇ। ਅੱਛਾ, ਹੁਣ ਤੁਹਾਡੀ PR ਦੀ ਫਾਈਲ ਤੇ ਵਰਕ ਪਰਮਿਟ ਦੀ ਫਾਈਲ ਦੋਨੋਂ ਇਕੱਠੀਆਂ ਸਬਮਿਟ ਹੋਣਗੀਆਂ ਜੀ ਇਮੀਗ੍ਰੇਸ਼ਨ ਕੋਲ। ਅੱਛਾ, ਜੇ ਤੁਸੀਂ PR ਲਈ ਐਲੀਜੀਬਲ ਹੋ ਤੁਹਾਨੂੰ ਵਰਕ ਪਰਮਿਟ ਮਿਲੂਗਾ, ਜੇ ਨਹੀਂ ਹੋ ਤਾਂ ਤੁਹਾਨੂੰ ਵਰਕ ਪਰਮਿਟ ਵੀ ਨਹੀਂ ਮਿਲੇਗਾ। ਅੱਛਾ, ਇੱਕ ਹੋਰ ਦੱਸਿਓ, ਬਹੁਤ ਸਾਰੀਆਂ ਨੈਨੀਜ਼ ਲੜਕੇ ਤੇ ਲੜਕੀਆਂ ਇੱਥੇ ਆਏ ਹੋਏ, ਹਾਂਜੀ, ਕਈ ਵਾਰੀ ਵੇਖਿਆ ਕਿ ਭਾਵੇਂ ਇਮੀਗ੍ਰੇਸ਼ਨ ਮਿਨਿਸਟਰ ਆਪਣੇ ਬਦਲਦੇ ਰਹਿੰਦੇ ਆ ਜੀ, ਬਹੁਤ ਸਾਰੇ ਇਮੀਗ੍ਰੇਸ਼ਨ ਮਿਨਿਸਟਰ ਜਦੋਂ ਇੱਥੇ ਵੈਨਕੂਵਰ ਦੀ ਕੈਨੇਡਾ ਦੀ ਮਾਫ ਕਰਨਾ ਸਰੀ ਦੀ ਫੇਰੀ ਪਾਉਂਦੇ ਤੇ ਉੱਥੇ ਅਸੀਂ ਉਹ ਦੇਖਦੇ ਵਿਚਾਰੇ ਤਖਤੀਆਂ ਲਈ ਖੜੇ ਹੁੰਦੇ ਸੀ ਕਿ ਸਾਨੂੰ ਤਾਂ 5 ਸਾਲ ਹੋ ਗਏ 7 ਸਾਲ ਹੋ ਗਏ, ਸਾਡਾ ਘਰ ਵਾਲਾ ਜਾਂ ਸਾਡੀ ਘਰ ਵਾਲੀ ਹਜੇ ਉੱਥੇ ਹੈ। ਹੁਣ ਇਸ ਕੇਸ ਦੇ ਵਿੱਚ ਉਹਦਾ ਪਾਰਟਨਰ ਨਾਲ ਆਉਂਦਾ ਓਪਨ ਵਰਕ ਪਰਮਿਟ ਤੇ ਜਾਂ ਫਿਰ ਇਕੱਲਾ ਹੀ ਆਏਗਾ ਜੀ? ਹਾਂਜੀ ਵੀਰ ਜੀ, ਬਿਲਕੁਲ ਇਹ ਵੀ ਮੈਂ ਐਡ ਕਰਦਾ। ਹੁਣ ਜਿਹੜੀ ਪਹਿਲਾਂ ਦੱਸਿਆ ਨਾ ਤੁਹਾਨੂੰ ਕਿ PR ਦੀ ਵਰਕ ਪਰਮਿਟ ਦੀ ਫਾਈਲ ਇਕੱਠੀ ਜਾਊਗੀ ਜੀ, ਹੁਣ ਜਿਹੜਾ ਵਰਕ ਪਰਮਿਟ ਹੈ ਉਹ EMPLOYER ਸਪੈਸੀਫਿਕ ਕਲੋਜ਼ ਨਹੀਂ ਮਿਲਣਾ ਜੀ। ਅੱਛਾ, ਇਹ ਪੱਕਾ ਨਹੀਂ ਕਿ ਤੁਹਾਨੂੰ ਉੱਥੇ ਹੀ ਉਹਦੇ ਨਾਲ ਵੱਧ ਕੰਮ ਕਰਨਾ ਹੀ ਪਊਗਾ? ਨਹੀਂ ਜੀ, ਤੁਹਾਨੂੰ ਆਕਿਊਪੇਸ਼ਨ ਸਪੈਸੀਫਿਕ ਮਿਲੂਗਾ, ਵੀ ਕੰਮ ਤੁਸੀਂ ਐਜ਼ ਅ ਕੇਅਰ ਗਿਵਰ ਹੀ ਕਰਨਾ ਹੈ, EMPLOYER ਚੇਂਜ ਵੀ ਕਰ ਸਕਦੇ ਹੋ। ਹਾਂਜੀ, ਅੱਛਾ, ਤੇ ਬਿਲਕੁਲ ਇਸ ਐਪਲੀਕੇਸ਼ਨ ਦੇ ਵਿੱਚ ਤੁਹਾਡੇ ਜਿਹੜੇ ਸਪਾਊਸ ਨੇ ਉਹ ਬਿਲਕੁਲ ਤੁਹਾਡੇ ਨਾਲ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ। ਹਾਂਜੀ, ਸੋ ਬੱਚੇ ਬਿਲਕੁਲ ਜੀ, ਜੇ ਉਹ ਮਤਲਬ ਮਾਈਨਰ ਨੇ ਲੈਸ ਦੈਨ ਪੋਸਟ ਸੈਕੰਡਰੀ ਨੇ ਤਾਂ ਉਹ ਇੱਥੇ ਆ ਕੇ ਸਟੱਡੀ ਕਰ ਸਕਦੇ ਨੇ, ਪਰ ਜੇ ਉਹ ਮੋਰ ਦੈਨ ਸੈਕੰਡਰੀ ਹੈ ਮਤਲਬ 12th ਤੋਂ ਬਾਅਦ ਕਾਲਜ ਯੂਨੀਵਰਸਿਟੀ ਜਾਣਾ ਚਾਹੁੰਦੇ ਫਿਰ ਉਹਨਾਂ ਨੂੰ ਇੱਕ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਐਡਮਿਸ਼ਨ ਕਾਲਜ ਲੈਣੀ ਪਊਗੀ, ਸਾਰੀਆਂ ਜੋ ਉਹਦੀਆਂ ਰਿਕੁਆਇਰਮੈਂਟਸ ਆ ਫੁੱਲਫਿਲ ਕਰਨੀਆਂ ਪੈਣਗੀਆਂ। ਅੱਛਾ, ਇਹਦੇ 'ਚ ਕੁਝ ਹੋਰ ਐਡ ਆਨ ਤਾਂ ਨਹੀਂ ਕਰਨਾ ਚਾਹੁੰਦੇ ਤਾਂ ਕਿ ਅਗਲੇ ਸਵਾਲ ਤੇ ਮੈਂ ਜੰਪ ਕਰਾਂ? ਨਹੀਂ ਵੀਰ ਜੀ, ਬੇਸਿਕ ਇਨਫੋਰਮੇਸ਼ਨ ਇਹੀ ਹੈ ਕੇਅਰ ਗਿਵਰ ਦੀ। ਬਾਕੀ ਜੇ ਦਰਸ਼ਕ ਕਿਸੇ ਵੀ ਹੋਰ ਡਿਟੇਲ ਜਾਣਨਾ ਚਾਹੁੰਦੇ ਨੇ ਵੀ ਕਿਵੇਂ ਐਲੀਜੀਬਿਲਟੀ ਕਿਵੇਂ ਨਹੀਂ, ਤਾਂ ਬਿਲਕੁਲ ਸਾਡੇ ਆਫਿਸ। ਅੱਛਾ, ਹੁਣ ਇੱਕ ਇਹ ਦੱਸਿਓ, ਜਦੋਂ ਆਪਾਂ ਫੈਮਿਲੀ ਰੀਯੂਨੀਫਿਕੇਸ਼ਨ ਦੀ ਗੱਲ ਕਰਦੇ ਸੀ ਉਹਨਾਂ ਵਿੱਚ ਇੱਕ ਆ ਜਾਂਦਾ ਬਹੁਤ ਸਾਰੇ ਲੜਕੇ ਜਾਂ ਲੜਕੀਆਂ ਕੈਨੇਡਾ 'ਚ ਰਹਿੰਦੇ ਹੋਏ ਉਹ ਆਪਣੇ ਬੈਕ ਹੋਮ ਕੰਟਰੀ ਦੇ ਵਿੱਚ ਜਾ ਕੇ ਵਿਆਹ ਕਰਵਾਉਂਦੇ ਆ।
ਹਾਂਜੀ ਆਮ ਤੌਰ ਤੇ ਅੱਗੇ ਹੁੰਦਾ ਸੀ ਕਿ ਬੜੀ ਛੇਤੀ ਉਹਨਾਂ ਦਾ ਘਰ ਵਾਲਾ ਜਾਂ ਘਰ ਵਾਲੀ ਹਸਬੈਂਡ ਵਾਈਫ ਛੇਤੀ ਆ ਜਾਂਦੇ ਸੀ। ਹਾਂਜੀ ਹੁਣ ਬਹੁਤ ਸਾਰੇ ਲੋਕ ਨੇ, ਅਸੀਂ ਰੋਜ਼ਾਨਾ ਵੇਖਦੇ ਉਹਨਾਂ ਦੇ ਬਹੁਤ ਸਾਰੇ ਸੁਨੇਹੇ ਆਉਂਦੇ ਆ ਕਿ ਯਾਰ ਬਹੁਤ ਲੰਬਾ ਸਮਾਂ ਹੋ ਗਿਆ, ਵਿਆਹ ਨੂੰ ਵੀ ਸਾਲ ਤੋਂ ਉੱਤੇ ਹੋ ਗਿਆ, ਤੇ ਕਰੀਏ ਤਾਂ ਕੀ ਕਰੀਏ। ਸੱਚੀ ਮੁੱਚੀ ਕੰਮ ਡਿਲੇ ਹੋਇਆ, ਕੋਵਿਡ ਕਰਕੇ ਹੋਇਆ, ਜਾਂ ਰਫਤਾਰ ਫਿਰ ਦੁਬਾਰਾ ਫੜ ਲਈਏ ਜੀ? ਵੀਰ ਜੀ ਮੈਂ ਦੱਸਾਂਗਾ, ਪਿਛਲੇ 3 ਸਾਲ ਪਹਿਲਾਂ ਤੱਕ ਤਾਂ ਬਿਲਕੁਲ ਇਹ ਪ੍ਰੋਸੈਸ ਥੋੜਾ ਸਲੋ ਸੀਗਾ। ਜੀ ਉਸ ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ ਨੇ ਬਿਲਕੁਲ ਇਹਨੂੰ ਸਪੀਡ ਅਪ ਕੀਤਾ ਸੀਗਾ। ਜਿਵੇਂ ਜਿਹੜੇ ਇਨ ਕੈਨੇਡਾ ਸਪਾਊਸਲ ਕੇਸ ਸੀ, ਉਹ ਤੋਂ ਕਹਿੰਦੇ ਸੀ ਕਿ ਅਸੀਂ ਵਿਦਨ 8 to 10 ਮੰਥਸ ਨੂੰ ਪ੍ਰੋਸੈਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ। ਪਰ ਇਸ ਸਾਲ ਹਾਂਜੀ ਬਿਲਕੁਲ ਕੋਵਿਡ ਕਰਕੇ ਇਹ ਪ੍ਰੋਬਲਮਸ ਹੋਈਆਂ ਨੇ। ਲੈਟਸ ਸੇ ਕਿ ਉਹਨਾਂ ਨੇ ਕਿਸੇ ਨੂੰ ਫਿੰਗਰਪ੍ਰਿੰਟ ਦੀ ਰਿਕੁਐਸਟ ਸੈਂਡ ਕਰਨੀ ਹੈ ਜਾਂ ਕੋਈ ਹੋਰ ਡਾਕੂਮੈਂਟ ਰਿਕੁਐਸਟ ਸੈਂਡ ਕਰਨੀ ਹੈ। ਜੇ ਲੈਟਸ ਮੈਂ ਇੰਡੀਆ ਦੀ ਗੱਲ ਕਰਦਾ ਜੀ, ਉੱਥੇ VFS ਸੈਂਟਰ ਹੀ ਬੰਦ ਨੇ ਜੀ, ਉਹ ਡਾਕੂਮੈਂਟ ਕਿੱਥੋਂ ਸਬਮਿਟ ਕਰਾਉਣ ਜਾਂ ਰਿਕੁਆਇਰਮੈਂਟ ਕਿਵੇਂ ਪੂਰੀ ਹੋਵੇ ਜੀ ਉਹ। ਹਾਊਐਵਰ ਰੀਸੈਂਟਲੀ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਫਿਰ ਕਿਹਾ ਜੀ ਕਿ ਜਿਹੜੀ ਸਪਾਊਸਲ ਐਪਲੀਕੇਸ਼ਨਸ ਹੈ ਉਹਨੂੰ ਅਸੀਂ ਦੁਬਾਰਾ ਸਪੀਡ ਅਪ ਕਰਨ ਲੱਗੇ ਹਾਂ ਜੀ, ਕਿ ਅਸੀਂ 66% ਮੋਰ ਮੈਨ ਪਾਵਰ ਅਸੀਂ ਅਸਾਈਨ ਕਰਤੀ ਹੈ ਸਪਾਊਸਲ ਕੇਸਿਸ ਨੂੰ, ਤਾਂ ਕਿ ਉਹ ਛੇਤੀ ਪ੍ਰੋਸੈਸ ਹੋ ਸਕਣ। ਤੇ ਉਹ ਏਮ ਇਦਾਂ ਕਰ ਰਹੇ ਨੇ ਕਿ ਜਿਹੜੀ ਫੈਮਿਲੀ ਕਲਾਸ ਦੇ ਕੇਸ ਨੇ, ਅਸੀਂ ਹੁਣ ਤੋਂ ਲੈ ਕੇ ਹਰ ਮਹੀਨੇ ਐਟਲੀਸਟ 6000 ਐਪਲੀਕੇਸ਼ਨਸ ਪ੍ਰੋਸੈਸ ਤੇ ਕੰਕਲੂਡ ਕਰੀਏ, ਤੇ ਅਸੀਂ ਈਅਰ ਐਂਡ ਤੱਕ 49000 ਐਪਲੀਕੇਸ਼ਨਸ ਕੰਪਲੀਟ ਕਰੀਏ। ਇਹ ਟੀਚਾ ਇਸ ਟਾਈਮ ਇਮੀਗ੍ਰੇਸ਼ਨ ਮਿਨਿਸਟਰੀ ਹੈ। ਇਹ ਤਾਂ ਕਹਿਣ ਦਾ ਭਾਵ ਕਿ ਜਿਹੜੇ ਇਸ ਵਕਤ ਉਡੀਕ ਕਰ ਰਹੇ ਨੇ, ਭਾਵੇਂ ਉਹ ਪੰਜਾਬ 'ਚ ਨੇ, ਇੰਡੀਆ 'ਚ ਨੇ, ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਬੈਠੇ ਆ, ਜਿਹੜੇ ਵਿਆਹ ਕਰਵਾ ਕੇ ਇੱਥੇ ਆਏ ਹੋਏ ਆ, ਜਿਨ੍ਹਾਂ ਦੇ ਉੱਥੇ ਪਾਰਟਨਰ ਰਹਿੰਦੇ ਆ, ਉਹਨਾਂ ਵਾਸਤੇ ਚੰਗੀ ਖਬਰ ਹੈ। ਬਿਲਕੁਲ ਚੰਗੀ ਖਬਰ ਹੈ। ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਜੀ ਕਿ ਜੇ ਉਹਨਾਂ ਦੀ ਇਮੀਗ੍ਰੇਸ਼ਨ ਫਾਈਲ ਨੂੰ ਹਜੇ ਟਾਈਮ ਲੱਗ ਰਿਹਾ ਤਾਂ ਐਟਲੀਸਟ ਉਹ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਨੇ। ਜਨਰਲ TRV ਜਿਹਨੂੰ ਆਪਾਂ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਕਹਿੰਦੇ ਨੇ ਜੀ, ਉਹ ਪ੍ਰੋਸੈਸ ਨਹੀਂ ਹੋ ਰਹੇ ਨੇ, ਕਿਉਂਕਿ ਕੋਵਿਡ ਦੇ ਦੌਰਾਨ ਕੋਈ ਘੁੰਮਣ ਨਹੀਂ ਆਊਗਾ ਜੀ ਕਿਤੇ, ਤੇ ਕੋਈ ਕੰਟਰੀ ਅਲਾਉ ਵੀ ਨਹੀਂ ਕਰੂਗਾ ਜੀ, ਕੈਨੇਡਾ ਤਾਂ ਨਹੀਂ ਕਰ ਰਿਹਾ, ਠੀਕ ਹੈ ਨਾ ਜੀ। ਉਸ ਦੌਰਾਨ ਕੀ ਹੈ ਜੀ, ਉਹਨਾਂ ਨੇ ਬਿਲਕੁਲ ਰੀਸੈਂਟ ਨਿਊਜ਼ ਆਈ ਹੈ, ਜਿਵੇਂ ਪਹਿਲਾਂ ਇਮੀਡੀਏਟ ਫੈਮਿਲੀ ਮੈਂਬਰ ਨੂੰ ਕਿਹਾ ਸੀਗਾ ਕਿ ਤੁਸੀਂ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਬੁਲਾ ਸਕਦੇ ਹੋ। ਹੁਣ ਉਹਨਾਂ ਨੇ ਐਕਸਟੈਂਡਡ ਫੈਮਿਲੀ ਦੇ ਵਿੱਚ ਤੁਹਾਡੇ ਸਿਬਲਿੰਗਸ ਨੂੰ ਵੀ ਐਡ ਕਰਤਾ। ਤੇ ਜੇ ਤੁਹਾਡਾ ਕੋਈ ਕਾਮਨ ਲਾਅ ਪਾਰਟਨਰ ਹੈ, ਲੈਟਸ ਸੇ ਤੁਹਾਡਾ ਕੋਈ ਬॉयਫ੍ਰੈਂਡ ਜਾਂ ਗਰਲਫ੍ਰੈਂਡ ਜਾਂ ਤੁਹਾਡਾ ਕੋਈ ਮੰਗੇਤਰ ਹੈ, ਜਿਹਦਾ ਨਾਲ ਤੁਸੀਂ 1 ਸਾਲ ਤੋਂ ਰਿਲੇਸ਼ਨਸ਼ਿਪ 'ਚ ਹੈਗੇ ਹੋ, ਤੁਸੀਂ ਪਾਸਟ ਨੂੰ ਮਿਲੇ ਵੀ ਹੋ, ਤੁਸੀਂ ਇਕੱਠੇ ਰਹੇ ਵੀ ਹੋ, ਪਰ ਹੁਣ ਕੋਵਿਡ ਕਰਕੇ ਤੁਸੀਂ ਅਲੱਗ-ਅਲੱਗ ਹੋ, ਲੈਟਸ ਸੇ ਕਿ ਤੁਹਾਡੀ ਫਾਈਲ ਹੀ ਚੱਲ ਰਹੀ ਹੈ, ਤੁਸੀਂ ਨਹੀਂ ਮਿਲ ਸਕਦੇ ਹੋ, ਤਾਂ ਤੁਸੀਂ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ। ਤੁਹਾਨੂੰ ਤਰਜੀਹ ਦਿੱਤੀ ਜਾਊਗੀ ਕਿ ਬਿਲਕੁਲ ਤੁਸੀਂ ਆਪਣੇ ਪਾਰਟਨਰ ਨਾਲ ਯੂਨਾਈਟ ਹੋ ਕੈਨੇਡਾ ਜਾ ਕੇ, PR ਆਉਣ ਤੋਂ ਪਹਿਲਾਂ ਵੀ। ਅੱਛਾ, ਇੱਕ ਹੋਰ ਦੱਸਿਓ, ਕਈ ਵਾਰੀ ਹੋ ਸਕਦਾ ਹੈ ਹਲੇ ਮਿਲੇ ਕਦੇ ਨਾ ਹੋਣ, ਹਾਂਜੀ, ਆਨਲਾਈਨ ਉਹਨਾਂ ਦੀ ਗੱਲਬਾਤ ਹੋ ਰਹੀ ਹੈ, ਘਰਦਿਆਂ ਨੇ ਦੇਖਿਆ ਕਿ ਆਨਲਾਈਨ ਗੱਲਬਾਤ ਚੱਲ ਰਹੀ ਹੈ ਤੇ ਉਹਨਾਂ ਦਾ ਮੰਗਣਾ ਵੀ ਕਰ ਦਿੱਤਾ ਹੈ, ਠੀਕ ਹੈ ਜੀ, ਕਿ ਉਹ ਇਸ ਕੈਟਾਗਰੀ ਵਿੱਚ ਆ ਸਕਦੇ ਆ? ਬਿਲਕੁਲ ਆ ਸਕਦੇ ਨੇ ਜੀ। ਉਸ 'ਚ ਪਤਾ ਕੀ ਹੁੰਦਾ, ਦੇਖੋ ਜੀ ਵੀਰ ਜੀ, ਜਿਵੇਂ ਮੈਂ ਕਿਹਾ ਕਿ ਉਹ ਮਿਲੇ ਹੋਏ ਵੀ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਨੂੰ ਮਿਲ ਹੀ ਜਾਣਾ ਵੀਜ਼ਾ। ਐਟ ਦ ਐਂਡ ਵੀਜ਼ਾ ਆਫਿਸਰ ਨੇ ਜੋ ਥੋੜੀ ਐਡਮਿਸਿਬਿਲਿਟੀ ਰਿਕੁਆਇਰਮੈਂਟਸ ਨੇ ਕਿ ਸਾਨੂੰ ਜੈਨੂਇਨ ਲੱਗਦਾ ਰਿਲੇਸ਼ਨਸ਼ਿਪ ਕਿ ਨਹੀਂ ਲੱਗਦਾ, ਉਹ ਓਨਸ ਐਪਲੀਕੈਂਟ ਤੇ ਹੈ ਜੀ, ਕਿ ਮੈਂ ਪ੍ਰੂਵ ਕਰਾਂ ਕਿ ਇਹ ਰਿਲੇਸ਼ਨਸ਼ਿਪ ਜੈਨੂਇਨ ਹੈ। ਬਿਲਕੁਲ ਤੁਸੀਂ ਇੱਕ ਸਟਰੋਂਗ ਫਾਈਲ, ਸਟਰੋਂਗ ਕੇਸ ਪ੍ਰੈਜ਼ੈਂਟ ਕਰੋ ਕਿ ਇਹ ਜੈਨੂਇਨਲੀ ਇੱਦਾਂ ਹੈਗੀ ਹੈ ਗੱਲ, ਤਾਂ ਬਿਲਕੁਲ ਆਫਿਸਰ ਡਿਨਾਈ ਨਹੀਂ ਕਰ ਸਕਦਾ। ਆਫਿਸਰ ਵੀ ਡਿਨਾਈ ਉਦੋਂ ਹੀ ਕਰਦਾ ਜਦੋਂ ਉਹਨਾਂ ਕੋਲ ਪ੍ਰੋਪਰ ਪ੍ਰੂਫ ਨਹੀਂ ਹੁੰਦਾ, ਠੀਕ ਹੈ ਨਾ ਜੀ, ਕਿਉਂਕਿ ਤੁਸੀਂ ਤਾਂ ਉੱਥੇ ਹੈ ਨਹੀਂ, ਤੁਹਾਡੀ ਫਾਈਲ ਬੋਲਣੀ ਚਾਹੀਦੀ, ਤੁਹਾਡੇ ਪੇਪਰ ਤੁਹਾਡੇ ਬਿਹਾਫ ਤੇ ਬੋਲਣੇ ਲਾਜ਼ਮੀ ਨੇ। ਬਿਲਕੁਲ ਜੀ। ਕਈ ਸਾਡੇ ਨਾਲ ਹੁੰਦਾ ਜੀ, ਕਈ ਵਾਰ ਕੋਈ ਸਾਡੇ ਕੋਲ ਜਿਵੇਂ ਐਪਲੀਕੈਂਟਸ ਆਉਂਦੇ ਨੇ, ਅਸੀਂ ਉਹਨਾਂ ਤੋਂ ਡਾਕੂਮੈਂਟਸ ਮੰਗਦੇ ਹਾਂ ਕਿ ਸਾਨੂੰ ਇਹ ਵੀ ਚਾਹੀਦਾ, ਇਨ ਐਡੀਸ਼ਨ ਇਹ ਪ੍ਰੂਫ ਕਰਨ ਲਈ ਇਹ ਵੀ ਚਾਹੀਦਾ, ਉਹ ਕਹਿਣਗੇ ਤੁਸੀਂ ਡਾਕੂਮੈਂਟ ਬਹੁਤ ਜ਼ਿਆਦਾ ਮੰਗਦੇ ਹੋ। ਤਾਂ ਚੱਕਰ ਇਹ ਹੈ ਕਿ ਜੇ ਤਾਂ ਇਹ ਕੋਰਟ ਹੋਵੇ, ਜੱਜ ਸਾਹਮਣੇ ਜਾ ਕੇ ਅਸੀਂ ਮੂੰਹੋਂ ਬੋਲ ਕੇ ਦੱਸਣਾ, ਫਿਰ ਗੱਲ ਹੋਰ ਹੈ। ਤੁਸੀਂ ਤਾਂ ਉੱਥੇ ਹੈ ਨਹੀਂ, ਫਾਈਲ ਜਾਣੀ ਹੈ ਤਾਂ ਆਪਾਂ ਡਾਕੂਮੈਂਟ ਭੇਜਣੇ ਪੈਣੇ ਆ। ਤੁਹਾਡੇ ਬਿਹਾਫ ਤੇ ਤੁਹਾਡੀ ਫਾਈਲ ਬੋਲਣੀ ਹੈ, ਪੇਪਰ ਬੋਲਣੇ ਨੇ, ਕਿੰਨੀ ਕੁ ਵਜ਼ਨਦਾਰ ਕਰਕੇ ਭੇਜਦੇ ਹੋ, ਕਿਉਂਕਿ ਜਿਹੜੇ ਇਮੀਗ੍ਰੇਸ਼ਨ ਆਫੀਸਰ ਦੇ ਸਾਹਮਣੇ ਸਵਾਲ ਆਉਂਦੇ ਨੇ, ਉਹ ਸਵਾਲਾਂ ਦੇ ਜਵਾਬ ਤੁਹਾਡੀ ਫਾਈਲ ਆਪਣੇ ਆਪ ਦਿੰਦੀ ਹੋਵੇ, ਤਾਂ ਕਿ ਜਿਹੜਾ ਸਵਾਲ ਉਹਦੇ ਮਨ 'ਚ ਆ ਰਿਹਾ ਉਹਦਾ ਜਵਾਬ ਤੁਹਾਡੀ ਫਾਈਲ ਦੇ ਰਹੀ ਹੈ। ਬਿਲਕੁਲ ਜੀ। ਮੇਰਾ ਦੇਖੋ ਜੀ, ਮੈਂ ਜਦ ਵੀ ਕੋਈ ਕੇਸ ਅਸੀਂ ਬਣਾਉਂਦੇ ਹਾਂ, ਉਹਦੀ ਮੈਂ ਸਬਮਿਸ਼ਨ ਲੈਟਰ ਬਣਾਉਣਾ, ਅੱਛਾ, ਆਪਣਾ ਉੱਪਰ ਕਵਰ ਲੈਟਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚ ਮੈਂ ਇਹ ਸੋਚ ਕੇ ਲਿਖਦਾ ਕਿ ਜਿਹੜਾ ਆਫੀਸਰ ਉੱਥੇ ਬੈਠੇ ਆ ਉਹ ਵੀਜ਼ਾ ਰਿਫਿਊਜ਼ ਕਰਨ ਲਈ ਬੈਠੇ, ਵੀਜ਼ਾ ਪ੍ਰੂਫ ਕਰਨ ਲਈ ਨਹੀਂ। ਹਾਂ, ਮੇਰੀ ਪੂਰੀ ਫਾਈਲ 'ਚ ਉਹਨਾਂ ਨੂੰ ਕੋਈ ਰੀਜ਼ਨ ਨਾ ਮਿਲਿਆ ਤਾਂ ਅਪਰੂਵ ਕਰ ਦੇਣਗੇ, ਤਾਂ ਫਾਈਲ ਇਸ ਤਰ੍ਹਾਂ ਦੀ ਬਣਾਈ ਜਾਵੇ ਕਿ ਉਸ ਵਿੱਚ ਕੋਈ ਰੀਜ਼ਨ ਹੋਵੇ ਹੀ ਨਾ ਡਿਸਅਪਰੂਵ ਕਰਨ ਦਾ, ਤਾਂ ਹੀ ਚਾਂਸਸ ਵੱਧਦੇ ਨੇ ਅਪਰੂਵ ਹੋਣ ਦੇ। ਅੱਛਾ, ਮੈਨੂੰ ਹੁਣ ਇਹ ਦੱਸਿਓ, ਬਹੁਤ ਸਾਰੇ ਕੇਸ ਹੁੰਦੇ ਨੇ, ਉਹ ਵੇਰੀ ਕਰਦੇ ਆ, ਬੇਸਿਕਲੀ ਤਾਂ ਪਰਸਨ ਟੂ ਪਰਸਨ ਕਰਦੇ ਆ। ਹਾਂਜੀ, ਇਹ ਕੰਟਰੀ ਟੂ ਕੰਟਰੀ ਵੀ ਕਰਦਾ ਜੀ? ਮੰਨ ਲਓ ਕਿਸੇ ਨੇ ਪਾਕਿਸਤਾਨ ਚੋਂ ਅਪਲਾਈ ਕੀਤਾ ਹੈ, ਉਹਦੇ ਵਾਸਤੇ ਟਾਈਮ ਪੀਰੀਅਡ ਹੋਰ ਹੈ, ਕਿਸੇ ਨੇ ਇੰਡੀਆ ਚੋਂ ਕੀਤਾ ਉਹਦੇ ਵਾਸਤੇ ਟਾਈਮ ਪੀਰੀਅਡ ਹੋਰ ਹੈ, ਕੋਈ ਦੁਬਈ 'ਚ ਬੈਠਾ ਉਹਦੇ ਵਾਸਤੇ ਟਾਈਮ ਪੀਰੀਅਡ ਕੁਝ ਹੋਰ ਹੈ, ਹੁੰਦਾ ਜੀ? ਵੀ ਜੀ, ਜੇ ਤਾਂ ਆਪਾਂ ਸਿਰਫ ਸਪਾਊਸਲ ਐਪਲੀਕੇਸ਼ਨ ਦੀ ਗੱਲ ਕਰ ਰਹੇ ਹਾਂ, ਫੇਰ ਤਾਂ ਨਹੀਂ। ਇਨ ਜਨਰਲ ਬਹੁਤਾ ਡਿਫਰੈਂਸ ਨਹੀਂ ਹੁੰਦਾ ਜੀ, ਕਿਉਂਕਿ ਇਨ ਜਨਰਲ ਬਹੁਤਾ ਡਿਫਰੈਂਸ ਲਈ ਨਹੀਂ ਹੁੰਦਾ ਕਿਉਂਕਿ ਉਹ ਇੱਕ ਅਲੱਗ ਕੈਟੇਗਰੀ ਹੈ, ਉਹ ਇੱਕ ਅਲੱਗ ਆਫਿਸ ਜਾਂਦੀ ਹੈ ਫਾਈਲ, ਉਹਨੂੰ ਅਸੈਸ ਕਰਦੇ ਹਾਂ, ਕਿਉਂਕਿ ਉਹਦੇ ਵਿੱਚ ਕੀ ਹੈ, ਸੈਂਟਰਲਾਈਜ਼ਡ ਆਫਿਸ ਨੇ, ਉਹ ਇਹ ਨਹੀਂ ਹੈ ਕਿ ਜਿਵੇਂ ਜੇ ਪੰਜਾਬ ਉੱਥੇ ਦੀ ਹੈ ਤਾਂ ਉਸੇ ਕੰਟਰੀ 'ਚ ਅਸੈਸ ਹੋਏਗੀ ਉਹ, ਉਹਦੇ ਵਿੱਚ ਬਿਲਕੁਲ ਇੰਨਾ ਇਹ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਡਿਫਰੈਂਸ ਹੋਏਗਾ। ਹਾਊਐਵਰ ਜੇ ਜਨਰਲ ਵਿਜ਼ਟਰ ਵੀਜ਼ੇ ਹੁੰਦੇ ਆ, ਜਨਰਲ TRV ਵਰਕ ਪਰਮਿਟ ਹੁੰਦੇ ਨੇ, PR ਫਾਈਲ ਹੁੰਦੇ, ਉਹਦੇ ਵਿੱਚ ਬਿਲਕੁਲ ਹੁੰਦਾ ਜੀ ਕਿ ਕਿਸੇ ਟਾਈਮ ਬਹੁਤ ਜ਼ਿਆਦਾ, ਕਿਸੇ ਟਾਈਮ ਬਹੁਤ ਘੱਟ। ਮੈਂ ਜਿਵੇਂ ਐਗਜ਼ਾਮਪਲ ਦੇਵਾਂ, ਕੋਵਿਡ ਤੋਂ ਪਹਿਲਾਂ ਜੋ ਇੱਕ ਸਟੈਂਡਰਡ ਚੱਲਦਾ ਸੀਗਾ ਕਿ ਜੇ ਕੋਈ ਇੰਡੀਆ ਤੋਂ ਅਪਲਾਈ ਕਰਦਾ, ਉਹਦਾ ਐਵਰੇਜ ਪ੍ਰੋਸੈਸਿੰਗ ਟਾਈਮ ਵਰਕ ਪਰਮਿਟ ਦਾ ਸੀਗਾ ਤਕਰੀਬਨ 6 ਤੋਂ 8 ਹਫ਼ਤੇ। ਉਹੀ ਜੇ UAE ਤੋਂ ਅਪਲਾਈ ਕਰਦਾ ਸੀਗਾ, ਉਹਦਾ ਸੀਗਾ ਆਲਮੋਸਟ 22 ਤੋਂ 24 ਹਫ਼ਤੇ।
ਤਾਂ ਜਿਹੜੇ ਟੈਂਪਰੇਰੀ ਵੀਜ਼ੇ ਹੁੰਦੇ ਆ ਜਾਂ ਜਨਰਲ ਫਾਈਲ ਹੁੰਦੀ ਉਹਦੇ ਲਈ ਫਰਕ ਹੁੰਦਾ, ਪਰ ਜਿਵੇਂ ਕਿ ਆਪਾਂ ਸਪਾਊਜ਼ਲ ਐਪਲੀਕੇਸ਼ਨ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਬਹੁਤਾ ਜ਼ਿਆਦਾ ਫਰਕ ਨਹੀਂ ਹੁੰਦਾ ਜੀ। ਸਪਾਊਜ਼ਲ ਦੇ ਵਿੱਚ ਤਾਂ ਫਰਕ ਸਿਰਫ ਇੱਥੇ ਪੈਂਦਾ ਕਿ ਸਪਾਊਜ਼ਲ ਜਦ ਤੁਸੀਂ ਪ੍ਰੂਵ ਕਰਦੇ ਹੋ, ਜੇ ਆਫਿਸਰ ਨੇ ਤੁਹਾਡੇ ਤੋਂ ਵੱਧ ਡਾਕੂਮੈਂਟ ਮੰਗੇ ਨੇ, ਤੁਸੀਂ ਉਹ ਕਿੰਨੀ ਦੇਰ ਲਾ ਰਹੇ ਹੋ ਸਬਮਿਟ ਕਰਨ 'ਚ, ਤੁਹਾਡੀ ਫਾਈਲ 'ਚ ਕੀ ਮਿਸਿੰਗ ਸੀਗਾ ਜੀ, ਤੁਹਾਡਾ ਐਮਬੈਸੀ ਨੇ ਇੰਟਰਵਿਊ ਕਾਲ ਕੀਤਾ ਤੁਹਾਨੂੰ, ਉਹਦੇ ਕਰਕੇ ਹੋ ਜਾਂਦਾ ਇੱਕ ਸਮਟਾਈਮਸ ਡਿਲੇ ਹੋ ਜਾਂਦਾ। ਪਰ ਜੇ ਤੁਹਾਡੀ ਪਹਿਲੀ ਵਾਰ 'ਚ ਪੂਰੀ ਸਟਰੋਂਗ ਫਾਈਲ ਪਰਸੂ ਹੋਈ ਹੈ ਕਿ ਆਫਿਸਰ ਦੇਖ ਕੇ ਦੱਸ ਸਕਦਾ ਜੀ ਕਿ ਇਹ ਫਾਈਲ ਵਧੀਆ ਹੈ, ਮੇਰੀ ਰਿਕੁਆਇਰਮੈਂਟਸ ਫੁਲਫਿਲ ਹੁੰਦੀਆਂ, ਸਾਰੇ ਬਾਕਸਸ ਟਿਕ ਹੋ ਰਹੇ ਨੇ, ਤਾਂ ਨਹੀਂ ਡਿਲੇਜ਼ ਨਹੀਂ ਹੁੰਦੇ। ਅੱਛਾ, ਮੈਨੂੰ ਹੁਣ ਇੱਕ ਹੋਰ ਦੱਸੋ, ਆਮ ਤੌਰ ਤੇ ਤੁਸੀਂ ਕਿਹਾ VFS ਆਫਿਸ ਬੰਦ ਪਏ ਨੇ, ਬਹੁਤ ਸਾਰੇ ਲੋਕ ਨੇ ਉਹ ਕਹਿੰਦੇ ਸਾਡੀ ਫਾਈਲ ਤਾਂ ਸਬਮਿਟ ਵੀ ਹੋਈ ਸੀ, ਹਾਂਜੀ, ਇਸ ਪੈਂਡੈਮਿਕ ਤੋਂ ਪਹਿਲਾਂ ਦੀ ਹੋਈ ਸੀ, ਪਰ ਕੰਮ ਆ ਕੇ ਫਿੰਗਰਪ੍ਰਿੰਟਸ ਤੇ ਰੋਕਿਆ। ਹਾਂਜੀ, ਜਿੰਨੀ ਦੇਰ ਫਿੰਗਰਪ੍ਰਿੰਟਸ ਨਹੀਂ ਹੁੰਦੇ ਉਨੀ ਦੇਰ ਤੁਹਾਨੂੰ ਲੱਗਦਾ ਹੈ ਕਿ ਭਾਵੇਂ ਉਹ ਪ੍ਰੋਸੈਸ ਤੇਜ਼ ਵੀ ਕਰ ਦੇਣ, ਇਮੀਗ੍ਰੇਸ਼ਨ ਦੇ ਵਿੱਚ ਆਫੀਸਰ ਹੋਰ ਵੀ ਭਰਤੀ ਕਰ ਦੇਣ, ਫੋਰਸ ਇੱਥੇ ਹੋਰ ਵੀ ਲਾ ਦੇਣ, ਉਨੀ ਦੇਰ ਤਾਂ ਸੰਭਵ ਕੁਝ ਨਹੀਂ ਹੋਣਾ ਜੀ। ਵੀ ਜੀ ਇਹ 'ਚ ਥੋੜੀ ਜਿੰਨੀ ਐਗਜ਼ੈਂਪਸ਼ਨ ਕੈਨੇਡੀਅਨ ਇਮੀਗ੍ਰੇਸ਼ਨ ਦੇ ਸਕਦੀ ਸੀ ਉਹਨਾਂ ਨੇ ਦਿੱਤੀਆਂ ਨੇ। ਅੱਛਾ ਜੀ। ਕਿ ਪਹਿਲਾਂ ਕੀ ਸੀਗਾ ਕਿ ਜਿਵੇਂ ਕੋਈ ਤੁਸੀਂ PR ਅਪਲਾਈ ਕਰਦੇ ਹੋ ਨਾ ਕਿਸੇ ਵੀ ਕੈਟਾਗਰੀ ਦੇ ਵਿੱਚ, ਤੁਸੀਂ ਭਾਵੇਂ ਪਹਿਲਾਂ ਐਜ਼ ਅ ਵਿਜ਼ਿਟਰ ਐਜ਼ ਅ ਵਰਕਰ ਕਦੇ ਫਿੰਗਰਪ੍ਰਿੰਟ ਦਿੱਤੇ ਵੀ ਹੋਏ ਨੇ, ਅੱਛਾ, ਉਹ ਮੰਨੇ ਜਾਣਗੇ, ਇਨਕਲੂਡ ਨਹੀਂ ਹੁੰਦੇ ਸੀ ਪਹਿਲਾਂ, ਨਹੀਂ ਹੁੰਦੇ ਸੀ, ਨਹੀਂ ਜੀ। ਹੁਣ ਉਹਨਾਂ ਨੇ ਕਿਹਾ ਕਿ ਜੇ ਕੋਈ PR ਐਪਲੀਕੈਂਟ ਹੈਗਾ ਤੇ ਉਹਨੇ ਲਾਸਟ 10 ਇਅਰਸ ਦੇ ਵਿੱਚ ਵੀ ਫਿੰਗਰਪ੍ਰਿੰਟ ਦਿੱਤੇ ਹੋਏ ਨੇ, ਅਸੀਂ ਉਹੀ ਮੰਨ ਲਵਾਂਗੇ ਜੀ। ਵੈਰੀ ਨਾਈਸ। ਤੇ ਕੁਝ ਜਿਵੇਂ ਨਾ ਕੁਝ ਆਕੂਪੇਸ਼ਨ ਸੀਗੀਆਂ ਜਿਵੇਂ ਵੈਬਸਾਈਟ ਦਿੱਤੀਆਂ ਹੋਈਆਂ, ਫਾਰਮ ਵਰਕਰ ਸੀਗੇ, ਫੂਡ ਪ੍ਰੋਸੈਸਿੰਗ ਸੀਗੇ ਕਿ ਜਿਹਨਾਂ ਦੀ ਹਾਈ ਰਿਕੁਆਇਰਮੈਂਟ ਹੈ ਇੱਥੇ, ਉਹਨਾਂ ਨੂੰ ਵੀ ਕਿਹਾ ਗਿਆ ਕਿ ਜਿਹਨਾਂ ਦੇ ਫਿੰਗਰਪ੍ਰਿੰਟ ਨਹੀਂ ਹੋਗੇ ਉਸ ਤੋਂ ਬਿਨਾਂ ਵੀ ਅਸੀਂ ਪ੍ਰੋਸੈਸ ਕਰਾਂਗੇ ਐਪਲੀਕੇਸ਼ਨ। ਤਾਂ ਜਿੱਥੇ ਇਹ ਹੈ ਕਿ ਉਹ ਲੈਵਰੇਜ ਦੇਣੀ ਚਾਹੀਦੀ ਹੈ, ਬਿਲਕੁਲ ਕੈਨੇਡੀਅਨ ਗਵਰਨਮੈਂਟ ਦੇ ਰਹੀ ਹੈ, ਬਟ ਜੇ ਆਪਾਂ ਗੱਲ ਕਰੀਏ ਕਿ ਕੰਟਰੀ ਦੀ ਸਿਕਿਉਰਿਟੀ ਦੇਖਣੀ ਹੈ, ਤੁਹਾਡੀ ਐਡਮਿਸਿਬਿਲਿਟੀ ਰਿਕੁਆਇਰਮੈਂਟਸ ਦੇਖਣੀ ਹੈ, ਤੇ ਇਹ ਵੀ ਉਹ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਸੋ ਲਗਭਗ ਆਪਾਂ ਆਖਰੀ ਪੜਾਅ ਵੱਲ ਵਧ ਰਹੇ ਹਾਂ। ਦਰਸ਼ਕਾਂ ਵਾਸਤੇ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਪੁਖਤਾ ਹੈ, ਮੇਰੇ ਖਿਆਲ ਦੇ ਵਿੱਚ ਹੀ ਉਹ ਜਾਣਕਾਰੀ ਹੈ ਜਿਸ ਦੀ ਹਰ ਕੋਈ ਤਲਾਸ਼ ਕਰ ਰਿਹਾ ਹੈ। ਤੇ ਜੇਕਰ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ, ਸਭ ਤੋਂ ਬੈਸਟ ਜ਼ਰੀਆ ਤਰੀਕਾ ਕੀ ਹੈ? ਫੋਨ ਹੈ, ਈਮੇਲ ਹੈ, ਵੈਬਸਾਈਟ ਹੈ, ਕੀ ਹੈ ਜੀ? ਉਹ ਦਿਓ। ਮੈਂ ਕਹਿਣਾ ਚਾਹਾਂਗਾ ਜੀ ਕਿ ਮੈਨੂੰ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ, ਮੋਸਟ ਵੈਲਕਮ ਜੀ। ਉਹ ਮੈਨੂੰ ਈਮੇਲ ਵੀ ਕਰ ਸਕਦੇ ਨੇ, ਮੈਨੂੰ ਕਾਲ ਵੀ ਕਰ ਸਕਦੇ ਨੇ, ਮੈਨੂੰ WhatsApp ਵੀ ਕਰ ਸਕਦੇ ਨੇ, ਬਟ ਮੇਰਾ ਮੰਨਣਾ ਹੈ ਕਿ ਸਭ ਤੋਂ ਜਿਹੜਾ ਫੇਵਰੇਬਲ ਹੁੰਦਾ ਜੀ ਈਮੇਲ, ਕਿਉਂਕਿ ਉਹ ਡਿਟੇਲਡ ਜਾਣਕਾਰੀ ਭੇਜ ਸਕਦੇ ਹੋ ਤੁਸੀਂ। ਬਿਲਕੁਲ ਜੀ। ਪਹਿਲੀ ਗੱਲ ਤਾਂ ਕਿ ਟਾਈਮ ਡਿਫਰੈਂਸ ਦਾ ਕੋਈ ਇਸ਼ੂ ਨਹੀਂ ਪੈਂਦਾ ਹੈਗਾ, ਤੁਸੀਂ ਈਮੇਲ ਮੈਨੂੰ ਕਦੋਂ ਵੀ ਭੇਜ ਦੋਗੇ, ਮੇਰੇ ਕੋਲ ਹੈਗੀ ਹੈ, ਮੈਂ ਤੁਹਾਨੂੰ ਰਿਸਪੌਂਡ ਕਰਾਂਗੇ ਜੀ। ਉਹ ਤੋਂ ਬਾਅਦ ਆਪਾਂ ਈਮੇਲ ਤੇ ਇੱਕ ਅਪਾਇੰਟਮੈਂਟ ਟਾਈਮ ਫਿਕਸ ਕਰ ਸਕਦੇ ਹਾਂ ਕਿ ਇੰਨੇ ਵਜੇ ਆਪਾਂ ਇੱਕ ਦੂਜੇ ਨਾਲ ਗੱਲ ਕਰਾਂਗੇ, ਉਦੋਂ ਤੁਸੀਂ ਵੀ ਫ੍ਰੀ ਹੋਵੋਗੇ, ਮੈਂ ਵੀ ਅਵੇਲੇਬਲ ਹੋਵਾਂਗਾ ਤੁਹਾਡੀ ਪੂਰੀ ਇਨਫੋਰਮੇਸ਼ਨ ਲਈ। ਦੂਜੀ ਗੱਲ, ਈਮੇਲ ਤੇ ਤੁਸੀਂ ਮੈਨੂੰ ਲਿਖ ਕੇ ਡਿਟੇਲ ਸਮਝਾ ਸਕਦੇ ਹੋ। ਆਪਾਂ ਜੇ ਫੋਨ ਤੇ ਗੱਲ ਕਰਦੇ ਨਾ, ਅੱਧੀਆਂ ਗੱਲਾਂ ਐਵੇਂ ਹੋ ਜਾਂਦੀਆਂ ਨੇ, 2 ਕਿ 4 ਈਮੇਲ 'ਚ ਲਿਖਿਆ ਹੋਊਗਾ ਜੀ ਵੀ ਉਹ 2 ਹੈ ਕਿ 4 ਹੈ। ਤੇ ਉਹਦੇ ਨਾਲ ਕੀ ਹੈ ਕਿ ਮੈਂ ਵੀ ਤੁਹਾਨੂੰ ਇੱਕ ਕੰਕਰੀਟ, ਇੱਕ ਪੁਖਤਾ ਜਵਾਬ ਦੇ ਸਕਦਾ ਕਿ ਤੁਹਾਡੇ ਕੇਸ ਕੀ ਹੋ ਸਕਦਾ, ਕੀ ਨਹੀਂ, ਤੇ ਤੁਹਾਡੇ ਲਈ ਵੀ ਉਹ ਸਮਝਣਾ ਬਹੁਤ ਵਧੀਆ ਹੋਊਗਾ, ਤੇ ਉਹ ਤੁਸੀਂ ਐਜ਼ ਅ ਪ੍ਰੂਫ ਆਪਣੇ ਕੋਲ ਸੇਫ ਰੱਖ ਸਕਦੇ ਹੋ ਕਿ ਤੁਸੀਂ ਤੁਹਾਨੂੰ ਮੈਂ ਕੀ ਕਮਿਟ ਕੀਤਾ ਸੀ, ਮੈਂ ਉਹ ਤੁਹਾਨੂੰ ਡਿਲੀਵਰ ਕਰ ਰਿਹਾ ਫਿਊਚਰ 'ਚ ਕਿ ਨਹੀਂ। ਜੀ ਜੀ, ਰਵਨੀਤ ਜੀ ਬਹੁਤ ਪੁਖਤਾ ਜਾਣਕਾਰੀ ਦਿੱਤੀ ਹੈ। ਤੁਸੀਂ ਪ੍ਰੋਗਰਾਮ ਦੌਰਾਨ ਆਏ, ਦਰਸ਼ਕਾਂ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ, ਤੁਹਾਡਾ ਤਹਿ ਦਿਲੋਂ ਧੰਨਵਾਦ। ਫਿਊਚਰ 'ਚ ਫਿਰ ਗੱਲਬਾਤ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਹ ਸਨ ਚਾਰਟਰ ਇਮੀਗ੍ਰੇਸ਼ਨ ਤੋਂ ਰਵਨੀਤ ਸਿੰਘ ਬਾਵਾ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਆਪਣੇ ਮਾਪਿਆਂ ਨੂੰ ਕਿਵੇਂ ਸਪਾਂਸਰ ਕੀਤਾ ਜਾ ਸਕਦਾ, ਵਿਆਹ ਕਰਵਾ ਕੇ ਆਇਓ ਤਾਂ ਫਾਈਲ ਕਿਵੇਂ ਲਾਈ ਜਾ ਸਕਦੀ ਹੈ, ਪ੍ਰੋਸੈਸਿੰਗ ਕਿਵੇਂ ਤੇਜ਼ ਕੀਤਾ ਜਾ ਰਿਹਾ ਹੈ, ਅਤੇ ਨਾਲ ਜੇਕਰ ਕੇਅਰ ਗਿਵਰ ਦੇ ਤੌਰ ਤੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਫਾਈਲ ਸਬਮਿਟ ਕਿਵੇਂ ਕਰ ਸਕਦੇ ਹੋ। ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਸਕਰੀਨ ਦੇ ਉੱਤੇ ਇਹਨਾਂ ਦੇ ਨੰਬਰ ਡਿਸਪਲੇ ਕੀਤੇ ਜਾ ਰਹੇ ਆ, ਇਹਨਾਂ ਦੇ ਨਾਲ ਤੁਸੀਂ ਜਾਣਕਾਰੀ ਵਾਸਤੇ ਸੰਪਰਕ ਕਰ ਸਕਦੇ ਹੋ। ਹੁਣ ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ। ਤੁਸੀਂ ਦੇਖਦੇ ਰਹੋ ਸਾਂਝਾ TV।